ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। क्या मोह लै बुलह गुण विहोण, नाम जप्या ना तेरा। क्या मोह लै बुलह गुण विहोण, नाम जप्या ना तेरा। ਨਿਮਾਣਿਆਂ ਨੂੰ ਮਾਣ, ਬੇਸਮਝਾਂ ਨੂੰ ਸਮਝ, ਸੂਝ-ਬੂਝ ਅੰਧਕਾਰ ਡਾਰਕਨੈਸ, ਮਨ ਦੇ ਹਨੇਰੇ ਨੂੰ ਦੂਰ ਕਰ, ਅਗਿਆਨਤਾ ਭਰਮ ਭੁਲੇਖੇ ਵਿੱਚੋਂ ਕੱਢ, ਪਰਵਤਗਾਰ ਨਿਰੰਕਾਰ ਨਾਲ ਮਿਲਾਉਣ ਵਾਲੇ ਦੀਨ ਦੁਨੀਆ ਦੇ ਮਾਲਕ, ਸਾਂਝੇ ਰਹਿਬਰ ਮਨੁੱਖਤਾ ਦਾ ਭਲਾ ਕਰਨ ਵਾਲੇ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਤਿਨਾਂ ਦੇ ਚਰਨ ਛੋਹ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਆਏ। ਗੁਰੂ ਜਨ ਗੁਰੂ ਪਿਆਰਿਓ, ਗੁਰੂ ਸਵਾਰਿਓ, ਆਓ ਜਿੱਥੇ ਅਸੀਂ ਤਨ ਕਰਕੇ ਆਏ ਹਾਂ, ਮਨ ਕਰਕੇ ਆਈਏ। ਸੁਰਤੀਆਂ ਬਿਰਤੀਆਂ ਇਕਾਗਰ ਰਸਨਾ ਨੂੰ ਸਫਲਾ ਬਣਾਈਏ। ਜੋ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਆਪਾਂ ਭਗਤ ਕਬੀਰ ਜੀ ਦੇ ਸ਼ਲੋਕਾਂ ਦਾ ਪਾਠ ਸਰਵਣ ਕੀਤਾ, ਇਸ ਨੂੰ ਵਿਚਾਰੀਏ। ਵਿਚਾਰਨ ਤੋਂ ਪਹਿਲਾਂ ਗੁਰੂ ਅੱਗੇ ਤਰਲਾ ਲਈਏ। ਸੁਣ ਤੇ ਵਿਚਾਰਨ ਦੀ ਸਾਹਿਬ ਜੀ ਸਮਰੱਥਾ ਆਪ ਦਿਆ ਜੇ। ਸਾਰੇ ਹੀ ਰਸਨਾ ਨੂੰ ਪਵਿੱਤਰ ਕਰੋ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਫਤਿਹ, ਜਿਸ ਦੀ ਜ਼ਬਾਨ ਤੇ ਫਤਿਹ ਉਸ ਦੀ ਜਹਾਨ ਤੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ ਇਕ ਓੰਕਾਰ, ਸਤਿਗੁਰ ਪ੍ਰਸਾਦ ਕਬੀਰ। ਸੰਤਨ ਕੀ ਝੁੰਗੀਆਂ ਭਲੀ, ਪਾਠਕ ਸਤੀ ਗਾਓ। ਆਗ ਲਗੋ ਤਿਹ ਧੌਲ ਹਰ, ਜਿਹ ਨਾਹੀ ਹਰ ਕਾ ਨਾਮ। ਇਹ ਪਾਵਨ ਬਾਣੀ ਭਗਤ ਕਬੀਰ ਜੀ ਇਹ ਸ਼ਲੋਕ ਸਾਨੂੰ ਕੀ ਸੋਝੀ ਦੇ ਰਹੇ ਨੇ। ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਭਗਤਾਂ ਦਾ ਸਤਿਕਾਰ ਕਿੰਨਾ ਕੁ ਕਰਦੇ ਨੇ। ਕਬੀਰ ਜੀਓ ਕੇ ਇਹ ਜਿਹੜੇ ਸ਼ਲੋਕ ਨੇ, ਭਗਤ ਜੀਓ ਦਾ ਅਰਥ ਕੀ ਕਰਾਂਗੇ? ਸਨਮਾਨ ਬੋਧਕ, ਸਤਿਕਾਰ, ਵਡਿਆਈ। ਜੀਓ ਜਿੰਦ ਨੂੰ ਵੀ ਕਿਹਾ ਗਿਆ, ਪਰ ਇੱਥੇ ਜੀਓ ਤੋਂ ਭਾਵ ਹੈ ਭਗਤਾਂ ਨੂੰ ਸਨਮਾਨ ਦੇਣਾ, ਸਤਿਕਾਰ ਦੇਣਾ। ਤੇ ਨਿਰਾ ਸਤਿਕਾਰ ਸ਼ਬਦਾਂ ਦੇ ਨਾਲ ਹੀ ਨਹੀਂ, ਮੇਰੇ ਸਾਹਿਬਾਂ ਨੇ ਆਪਣੇ ਨਾਲ ਬਿਠਾ ਲਿਆ। ਕਬੀਰ ਜੀ ਦਾ ਅਰਥ ਕਰੀਏ ਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਬੀਰ ਦੇ ਨਾਮ ਦਾ ਅਜੇ ਅਰਥ ਕਰੀਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਅਰਬੀ ਦੇ ਵਿੱਚ ਸ਼ਬਦ ਉਚਾਰਨ ਕਰਦੇ ਨੇ, ਜਿਸ ਨੂੰ ਆਪਾਂ ਪੜ੍ਹਿਆ ਸੁਣਿਆ। ਹੱਕਾ, ਕਬੀਰ,
ਕਰੀਮ ਤੂੰ ਬੇਐਬ ਪਰਵਰਦਗਾਰ। ਕਬੀਰ ਜੀ ਹੱਕਾਂ ਦਾ ਅਰਥ ਕਰਾਂਗੇ ਸੱਚਮੁੱਚ, ਸਚਾਈ, ਸੱਚ ਕਹਿਣਾ, ਸੱਚ ਬੋਲਣਾ, ਸੱਚ ਤੇ ਪਹਿਰਾ ਦੇਣਾ। ਕਬੀਰ ਦਾ ਅਰਥ ਹੈ ਵੱਡਾ। ਹੱਕਾ ਇੱਥੇ ਪਰਮਾਤਮਾ ਨੂੰ, ਪਰਵਰਦਗਾਰ ਨੂੰ ਕਿਹਾ ਹੈ, ਬੇਐਬ, ਜਿਹਦੇ ਵਿੱਚ ਕੋਈ ਵੀ ਐਬ ਨਹੀਂ ਹੈ। ਪਰਵਰਦਗਾਰ ਤੋਂ ਭਾਵ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਪਰਮਾਤਮਾ। ਕਬੀਰ ਦੇ ਅਰਥ ਮੈਂ ਤਾਂ ਕੀਤੇ ਕਿ ਕਬੀਰ ਅਸੀਂ ਆਪਣਾ ਨਾਮ ਰੱਖ ਲੈਂਦੇ ਹਾਂ, ਸਾਨੂੰ ਆਪਣੇ ਨਾਮ ਤੇ ਪਹਿਰਾ ਦੇਣਾ ਨਹੀਂ ਆਉਂਦਾ। ਕਬੀਰ ਨੇ ਆਪਣੇ ਨਾਮ ਦਾ ਪਹਿਰਾ ਦਿੱਤਾ ਹੈ। ਹੱਕਾ ਸੱਚ ਹੈ, ਸਚਾਈ ਦੀ ਗੱਲ ਕਰਦੇ ਨੇ। ਭਗਤਾਂ ਦੇ ਵਿੱਚ ਭਗਤ ਕਬੀਰ ਜੀ ਸ਼੍ਰੋਮਣੀ ਨੇ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ, ਦੁਨੀਆ ਮਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੁਵੇ ਅਜ਼ਰਾਇਲ ਗ੍ਰਿਫਤੇ ਦਿਲ ਹਿਚ ਨਦਾਨੀ। ਭਗਤ ਕਬੀਰ ਜੀ ਵਾਰਾਣਸੀ, ਬਨਾਰਸ, ਜਿਸ ਨੂੰ ਕਾਸ਼ੀ ਕਿਹਾ ਗਿਆ, ਆਪ ਜੀ ਦਾ 1455 ਨੂੰ ਜਨਮ ਹੁੰਦਾ ਹੈ। ਅਲੀ ਨੀਰੂ ਮਾਤਾ ਨੀਮਾ ਦੇ ਘਰ ਕੁਝ ਵੱਡੇ ਹੋਏ ਨੇ, ਸੱਚ ਦੀ ਗੱਲ ਤੇ ਆਏ, ਸੱਚ ਦਾ ਪਹਿਰਾ ਦੇਣ ਲੱਗੇ। ਤੇ ਆਪ ਜੀ ਨੇ ਇਹ ਪਹਿਲਾਂ ਗੱਲ ਕਹਿ ਦਿੱਤੀ, ਭਗਤ ਕਬੀਰ ਜੀ ਨੇ, ਨਾ ਹਮ ਹਿੰਦੂ ਨਾ ਮੁਸਲਮਾਨ। ਮੈਂ ਹਿੰਦੂ ਵੀ ਨਹੀਂ ਹਾਂ ਤੇ ਮੁਸਲਮਾਨ ਵੀ ਨਹੀਂ ਹਾਂ। ਤੇ ਨਾਲ ਇਹ ਕਹਿੰਦੇ ਨੇ, ਰਾਮ ਨੂੰ ਮੰਨਣ ਵਿੱਚ ਮੈਨੂੰ ਕੋਈ ਇਨਕਾਰ ਹੀ ਨਹੀਂ ਆ, ਅੱਲਾ ਨੂੰ ਕਹਿਣ ਦੇ ਵਿੱਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ, ਪਰ ਨਾ ਮੈਂ ਹਿੰਦੂ ਹਾਂ ਤੇ ਨਾ ਮੁਸਲਮਾਨ ਹਾਂ। ਇਸ ਬੋਲਾਂ ਦੇ ਵਿੱਚ, ਇਸ ਸ਼ਬਦਾਂ ਦੇ ਵਿੱਚ ਭਗਤ ਕਬੀਰ ਜੀ ਬਹੁਤ ਵੱਡੀ ਕੋਈ ਰਮਜ ਕਹਿ ਰਹੇ ਨੇ, ਜਿਸ ਨੂੰ ਅਸੀਂ ਪੜ੍ਹਦੇ ਹਾਂ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਕਹਿਣਾ ਚਾਹੁੰਦੇ ਨੇ, ਏਕ ਨੂਰ ਤੇ ਸਭ ਜਗ ਉਪਜਿਆ, ਕਵਨ ਭਲੇ ਉਹ ਮੰਦੇ। ਭਗਤ ਕਬੀਰ ਜੀ ਕਹਿੰਦੇ ਨੇ ਕਿ ਇਹ ਜਿਹੜੀ ਜਾਤ ਹੈ, ਜਾਤ ਜਲਾਹਾ ਮਤ ਕਾ ਧੀਰ। ਉਹਨਾਂ ਨੇ ਕਿਹਾ, ਹਾਂ ਮੇਰੀ ਜਾਤ ਜਲਾਹਾ ਹੈ। ਤੇ ਇਸ ਭਾਰਤ ਵਰਸ਼ ਦੇ ਵਿੱਚ ਜਾਤ ਪਾਤ ਤੇ ਵਿਤਕਰੇ ਬੜੇ ਪਏ ਹੋਏ ਸਨ। ਜਿਹੜਾ ਸ਼ੂਦਰ ਹੈ ਉਸ ਨੂੰ ਵਿਦਿਅਕ ਅਦਾਰੇ ਉਸ ਲਈ ਬੰਦ ਨੇ। ਵਿਦਿਅਕ ਅਦਾਰਿਆਂ ਦੇ ਨਾਲ ਬੋਧ ਹੁੰਦਾ ਹੈ। ਜਿੱਥੇ ਵਿਦਿਆ ਪੜ੍ਹਾਈ ਜਾਂਦੀ ਹੈ, ਸਕੂਲ ਹੋਵੇ, ਕਾਲਜ ਹੋਵੇ, ਯੂਨੀਵਰਸਿਟੀ ਹੋਵੇ, ਤੇ ਧਾਰਮਿਕ ਅਦਾਰਿਆਂ ਰਾਹੀਂ, ਧਾਰਮਿਕ ਅਸਥਾਨਾਂ ਰਾਹੀਂ ਅਧਿਆਤਮਕ ਬੋਧ ਹੁੰਦਾ ਹੈ। ਹੁਣ ਨੀਵੀਂ ਜਾਤ ਵਾਲਿਆਂ ਨੂੰ ਨਾ ਤੇ ਵਿਦਿਆ ਪੜ੍ਹਨ ਦਾ ਹੁਕਮ ਸੀ ਤੇ ਨਾ ਧਾਰਮਿਕ ਅਸਥਾਨ ਤੇ ਜਾਣ ਦਾ, ਕਿਉਂਕਿ ਭਗਤ ਨਾਮਦੇਵ ਜੀ ਨੇ ਵੀ ਇਹ ਗੱਲ ਕਹਿ ਦਿੱਤੀ, ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਹੇ ਮੇਰੇ ਮਾਲਕਾ, ਜੇ ਮੈਂ ਤੇਰਾ ਨਾਮ ਨਹੀਂ ਲੈ ਸਕਦਾ ਸੀ, ਮੈਂ ਜੇ ਤੇਰਾ ਸਿਮਰਨ ਨਹੀਂ ਕਰ ਸਕਦਾ ਸੀ, ਬੰਦਗੀ ਨਹੀਂ ਸੀ ਕਰ ਸਕਦਾ, ਤੇ ਫਿਰ ਮੈਨੂੰ ਇਸ ਕੁਲ ਵਿੱਚ ਜਨਮ ਨਹੀਂ ਸੀ ਦੇਣਾ। ਹੁਣ ਭਗਤ ਨਾਮਦੇਵ ਜੀ ਇਹ ਬਚਨ ਕਹਿ ਰਹੇ ਨੇ, ਬਾਬਾ ਕਬੀਰ ਜੀ ਇਸ ਦਾ ਖੁਲਾਸਾ ਕਰ ਰਹੇ ਨੇ, ਜਿਨ੍ਹਾਂ ਦੇ ਲਈ ਵਿਦਿਅਕ ਅਦਾਰੇ ਵੀ ਬੰਦ ਨੇ, ਧਾਰਮਿਕ ਅਸਥਾਨਾਂ ਤੇ ਵੀ ਜਾਣ ਦੀ ਇਨਕਾਰੀ ਹੈ। ਬ੍ਰਾਹਮਣ ਕੁੱਲ ਵਾਲਿਆਂ ਨੇ ਨਾਮ ਦੀ ਆਪਾਂ ਗੱਲ ਕਰਨੀ ਹੈ, ਜਗ ਕਰਨਾ ਜਗ ਕਰਾਉਣਾ, ਦਾਨ ਲੈਣਾ ਜਾਂ ਦੇਣਾ, ਇਹ ਸਾਰੇ ਕੰਮ ਜਿਹੜੇ ਸਨ ਆਪਣੇ ਕੋਲ ਰੱਖੇ ਹੋਏ ਸਨ। ਦਾਨ ਲੈਣਾ ਵੀ, ਦੇਣਾ ਵੀ, ਜਗ ਕਰਨਾ ਵੀ, ਕਰਾਉਣਾ ਵੀ, ਵਿਦਿਆ ਪੜ੍ਹਨੀ ਵੀ, ਪੜ੍ਹਾਉਣੀ ਵੀ। ਸ਼ੂਦਰ ਵਾਸਤੇ ਨਾ ਵਿਦਿਆ ਪੜ੍ਹਨ ਦਾ ਉਹਨਾਂ ਨੂੰ ਹੁਕਮ ਸੀ, ਨਾ ਅਧਿਆਤਮਕ ਤੌਰ ਤੇ ਧਾਰਮਿਕ ਸਥਾਨ ਤੇ ਆਉਣ ਦੀ। ਭਗਤ ਕਬੀਰ ਜੀ ਇਸ ਤੋਂ ਹੁਣ ਉੱਪਰ ਉੱਠ ਕੇ ਵਿਦਿਅਕ ਅਦਾਰਿਆਂ ਨੂੰ ਜਦੋਂ ਇਹਨਾਂ ਨੇ ਬੰਦ ਕਰ ਦਿੱਤਾ, ਕਿੰਨਾ ਉਹਨਾਂ ਦੇ ਅੰਦਰ ਰੱਬੀ ਗਿਆਨ, ਪਰਮਾਤਮਾ ਦੀ ਰਹਿਮਤ ਹੋਵੇਗੀ
ਕਿ ਜਿਨ੍ਹਾਂ ਨੇ ਮਨੁੱਖਤਾ ਨੂੰ ਚਾਨਣਾ ਦਿੱਤਾ। ਬ੍ਰਹਿਮੰਡ ਦੇ ਵਿੱਚ ਜਿਹੜੇ ਲੋਕ ਆਏ ਨੇ ਉਹਨਾਂ ਨੂੰ ਭਰਮ ਦੇ ਵਿੱਚੋਂ ਕੱਢ ਕੇ ਨਿਰੰਕਾਰ ਦੇ ਪਰਵਤਗਾਰ ਦੇ ਵੱਲ ਜੋੜਦੇ ਨੇ। ਧਿਆਨ ਦਿਆ ਜੇ ਜਦੋਂ 9 ਕੁ ਵਰ੍ਹਿਆਂ ਦੀ ਆਯੂ ਹੋਈ, ਹੁਣ ਅਲੀ ਨੀਰੂ ਨੀਮਾ ਦੇ ਘਰ ਵਿੱਚ ਜਦੋਂ ਬੱਚੇ ਨੇ ਜਨਮ ਲਿਆ ਤੇ ਫਿਰ ਉਹਦੀ ਸੁੰਨਤ ਕਰਨ ਦਾ ਉਪਰਾਲਾ ਕੀਤਾ ਗਿਆ ਕਿ ਸ਼ਰ੍ਹਾ ਦੇ ਵਿੱਚ ਲਿਆਂਦਾ ਜਾਵੇ। ਭਗਤ ਨਾਮਦੇਵ ਜੀ ਨੂੰ ਜਦੋਂ ਸੁੰਨਤ ਕਰਨ ਵਾਸਤੇ ਕਿਹਾ ਜਾਂਦਾ ਹੈ ਤੇ ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ, ਸਖਤ ਸਨੇਹ ਕਰ ਸੁੰਨਤ ਕਰੀਐ ਮੈਂ ਨਾ ਬਦੌਗਾ ਭਾਈ। ਸਖਤ ਸਨੇਹ ਕਰ ਸੁੰਨਤ ਕਰੀਏ ਮੈਂ ਨਾ ਬਦੌਗਾ ਭਾਈ। ਜ਼ੋਰੇ ਮੋਕੋ ਖੁਦਾਏ। ਖੁਦਾ ਜਿਹੜਾ ਹੈ ਜੇ ਮੈਨੂੰ ਉਹ ਤੁਰਕ ਕਰਨ ਨਾ ਚਾਹੁੰਦਾ ਤੇ ਫਿਰ ਕੀ ਸੀ, ਆਪਨ ਹੀ ਕੱਟ ਜਾਈ। ਪਹਿਲਾਂ ਹੀ ਮੈਨੂੰ ਸਵੈਮ ਮੈਂ ਤੁਰਕ ਹੀ ਜਨਮ ਲੈਂਦਾ, ਜਾਂ ਮੈਨੂੰ ਪਰਮਾਤਮਾ ਪਰਵਤਗਾਰ ਤੁਰਕ ਹੀ ਪਹਿਲਾਂ ਹੀ ਬਣਾ ਕੇ ਭੇਜਦਾ। ਜੇ ਸੁੰਨਤ ਕਰਨ ਦੇ ਨਾਲ ਸ਼ਰ੍ਹਾ ਦੇ ਵਿੱਚ ਆਈਦਾ, ਤੁਰਕ ਬਣ ਜਾਈਦਾ ਹੈ ਤੇ ਸਵੈਮ ਪਰਮਾਤਮਾ ਖੁਦਾ ਵੱਲੋਂ ਮੈਨੂੰ ਸੁੰਨਤ ਮੇਰੀ ਹੋਣੀ ਚਾਹੀਦੀ ਸੀ। ਫਿਰ ਭਗਤ ਜੀ ਅਗਲੀਆਂ ਤੁਕਾਂ ਵਿੱਚ ਕਹਿੰਦੇ ਨੇ, ਸੁੰਨਤ ਕੀਏ ਤੁਰਕ ਜੇ ਹੋਏਗਾ, ਫਿਰ ਕਹਿੰਦੇ ਨੇ ਔਰਤ ਕਾ ਕਿਆ ਕਰੀਏ। ਜੇ ਸੁੰਨਤ ਕੀਤਿਆਂ ਤੁਰਕ ਹੋ ਜਾਈਦਾ ਹੈ ਤੇ ਫਿਰ ਔਰਤ ਦਾ ਕੀ ਕੀਤਾ ਜਾਵੇ। ਅਰਧ ਸਰੀਰੀ ਨਾਰ ਨਾ ਛੋੜੈ ਤਾਂ ਤੇ ਹਿੰਦੂ ਹੀ ਰਹੀਏ। ਜੇ ਮਨੁੱਖ ਮੇਲ ਦਾ ਤੁਰਕ ਬਣ ਜਾਵੇ ਸੁੰਨਤ ਕਰਿਆ ਤੇ ਫਿਰ ਇਸਤਰੀ ਤੇ ਜਿਹੜੀ ਹੈ ਉਹ ਤਾਂ ਹਿੰਦੂ ਰਹਿ ਗਈ। ਹੁਣ ਭਗਤ ਕਬੀਰ ਜੀ ਵੇਖੋ ਕਿਵੇਂ ਇਸਲਾਮ ਨੂੰ ਜਦੋਂ ਮੁਸਲਮਾਨ ਜੁਲਾਏ ਦੇ ਘਰ ਵਿੱਚ ਜਨਮ ਹੁੰਦਾ ਹੈ ਤੇ ਤੁਰਕ ਬਣਾਉਣ ਦੇ ਸ਼ਰ੍ਹਾ ਵਿੱਚ ਲਿਆਉਣ ਦੇ ਲਈ ਬੜੀਆਂ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਕਿ ਸ਼ਰ੍ਹਾ ਵਿੱਚ ਲਿਆਂਦਾ ਗਿਆ। ਭਗਤ ਕਬੀਰ ਜੀ ਇਸਲਾਮ ਨੂੰ ਕਿਵੇਂ ਚੋਟ ਮਾਰਦੇ ਨੇ। ਕਹਿੰਦੇ ਨੇ ਕਬੀਰ ਜੀ ਕਹਿੰਦੇ ਨੇ, ਹਜ ਕਾਬੇ ਹੋਂ ਜਾਏ ਥਾ। ਫਿਰ ਮੈਂ ਬ੍ਰਾਹਮਣ ਵੱਲੇ ਆਉਣਾ। ਕਬੀਰ ਜੀ ਕਹਿੰਦੇ ਨੇ, ਹਜ ਕਾਬੇ ਹੋਂ ਜਾਏ ਥਾ ਆਗਾ ਮਿਲਿਆ ਖੁਦਾਏ। ਮੈਂ ਅਜੇ ਕਬੀਰ ਦੇ ਨਾਮ ਦੀ ਹੀ ਵਿਆਖਿਆ ਕਰ ਰਿਹਾ, ਕਿਉਂ ਕਬੀਰ ਹੱਕਾ ਕਬੀਰ ਕਰੀਮ ਤੂੰ। ਉਹ ਸੱਚ ਤੇ ਕਿਵੇਂ ਪਹਿਰਾ ਦੇ ਰਹੇ ਨੇ। ਕਹਿੰਦੇ ਹਜ ਕਾਬੇ ਹੋਂ ਮੀਨਸ ਮੈਂ ਜਾ ਰਿਹਾ ਸਾਂ, ਆਗਾ ਮਿਲਿਆ ਖੁਦਾਏ, ਮੈਨੂੰ ਖੁਦਾ ਮਿਲਿਆ। ਤੇ ਕਹਿੰਦਾ ਸਾਈਂ ਮੁਝ ਸਿਉ ਮੀਨਸ ਨਾਲ, ਮੇਰੇ ਨਾਲ ਉਹ ਸਾਈਂ ਉਹ ਖੁਦਾ ਜਿਹੜਾ ਸੀ ਪਰਮਾਤਮਾ ਲੜ ਪਿਆ, ਗੁੱਸੇ ਹੋ ਗਿਆ। ਖੁਸ਼ ਹੋਣ ਦੇ ਬਜਾਏ ਗੁੱਸੇ ਹੋ ਗਿਆ। ਕੀ ਕਿਹਾ, ਤੁਝਾ ਕਿਨ ਫਰਮਾਈ ਗਾਏ, ਤੈਨੂੰ ਕਿਹਨੇ ਹੁਕਮ ਦਿੱਤਾ ਹੈ ਕਿ ਗਾਂ ਨੂੰ ਜ਼ਿਬਾ ਕਰ ਦਿੱਤਾ ਜਾਵੇ ਤੇ ਮੈਂ ਖੁਸ਼ ਹੋਣਾ। ਜਿਵੇਂ ਈਦ ਬਕਰੀਦ ਆਉਂਦੀ ਹੈ ਤੇ ਉਹਨਾਂ ਨੂੰ ਜ਼ਿਬਾ ਕਰ ਦਿੱਤਾ ਜਾਂਦਾ ਤੇ ਉਹਨਾਂ ਦੀਆਂ ਮਾਸ ਦੀਆਂ ਬੋਟੀਆਂ ਖਾ ਲਈਆਂ ਜਾਂਦੀਆਂ ਨੇ, ਫਿਰ ਖੁਸ਼ੀ ਮਨਾਈ ਜਾਂਦੀ ਹੈ, ਤਿਉਹਾਰ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਹਜ ਕਾਬੇ ਹੋਂ ਜਾਏ ਥਾ ਆਗਾ ਮਿਲਿਆ ਖੁਦਾਏ। ਸਾਈਂ ਮੁਝ ਸਿਉ ਮੀਨਸ ਨਾਲ, ਉਹ ਸਾਈਂ ਖੁਦਾ ਜਿਹੜਾ ਮੇਰੇ ਨੂੰ ਖੁਸ਼ ਹੋਣ ਦੀ ਥਾਈਂ ਗੁੱਸੇ ਹੋ ਗਿਆ। ਤੁਝਾ ਕਿਨ ਫਰਮਾਈ ਗਾਏ। ਗਾਏ ਦਾ ਅਰਥ ਜੇ ਅਸੀਂ ਫਾਰਸੀ ਵਿੱਚ ਵੇਖੀਏ, ਗਾਏ ਦਾ ਅਰਥ ਹੈ ਜਗ੍ਹਾ, ਥਾਂ। ਤੈਨੂੰ ਕਿਹਨੇ ਕਿਹਾ ਗਿਆ ਹੈ ਕਿ ਮੈਂ ਰੱਬ ਜਿਹੜਾ ਹੈ ਖੁਦਾ ਜਿਹੜਾ ਹੈ ਕਾਬੇ ਵਿੱਚ ਹੀ ਰਹਿੰਦਾ। ਪਹਿਲਾਂ ਮੈਂ ਗਾਏ ਦੇ ਅਰਥ ਕੀਤੇ ਜਿਬਾ, ਤੇ ਹੁਣ ਫਾਰਸੀ ਵਿੱਚ ਵੇਖੀਏ ਤੇ ਭਗਤ ਕਬੀਰ ਜੀ ਕਹਿੰਦੇ ਨੇ, ਤੈਨੂੰ ਕਿਹਨੇ ਕਹਿ ਦਿੱਤਾ ਹੈ, ਗਾਏ ਮੀਨਸ ਜਗ੍ਹਾ ਥਾਂ, ਕਿ ਰੱਬ ਕਾਬੇ ਵਿੱਚ ਹੀ ਰਹਿੰਦਾ ਹੈ। ਤੈਨੂੰ ਕਿਸ ਨੇ ਆਖ ਦਿੱਤਾ। ਗੁਰੂ ਪਿਆਰਿਓ, ਇਹ ਜਿਹੜੀਆਂ ਇੱਟਾਂ ਨੇ ਇਹਨਾਂ ਨੂੰ ਜੇ ਸ਼ੇਪ ਦੇ ਦਿੱਤੀ ਜਾਵੇ ਮੰਦਰ ਦੀ ਤੇ ਮੰਦਰ ਬਣ ਜਾਂਦਾ ਹੈ, ਅਖਵਾਉਂਦਾ ਹੈ। ਤੇ ਜੇ ਇੱਟਾਂ ਨੂੰ ਸ਼ੇਪ ਦੇ ਦਿੱਤੀ ਜਾਵੇ ਮਸੀਤ ਮਸਜਿਦ ਦੀ ਤੇ ਮਸਜਿਦ ਕਹਿਲਾਉਂਦੀ ਹੈ। ਰੱਬ ਤੇ ਮੇਰੇ ਗੁਰੂ ਨਾਨਕ ਨੇ ਕਿਹਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਹੁਣ ਭਗਤ ਕਬੀਰ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੀ ਕਨਸੈਪਟ ਨੂੰ ਐਕਸੈਪਟ ਕਰਦੇ ਪਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕਨਸੈਪਟ ਨੂੰ ਐਕਸੈਪਟ ਕਰਕੇ ਦੁਨੀਆ ਦੇ ਵਿੱਚ ਧਰਦੇ ਨੇ ਪਹਿਲਾਂ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਬਾ ਕਬੀਰ ਜੀ ਸਦੀ ਲਗਭਗ ਪਹਿਲਾਂ ਆਏ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਫਲਸਫਾ ਸੀ ਉਸ ਨੂੰ ਅਪਣਾਇਆ
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਨਾਲ ਬਾਬਾ ਕਬੀਰ ਜੀ ਨੂੰ ਬਿਠਾ ਲਿਆ। ਪਰ ਗੱਲ ਕੀ ਹੈ, ਭਗਤ ਕਬੀਰ ਜੀ ਦਾ ਜਿਹੜਾ ਇਹ ਪ੍ਰਚਾਰ ਸੀ ਕੁਝ ਥਾਂ ਤੱਕ ਸੀਮਤ ਰਹਿ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸੱਚ ਦੀ ਆਵਾਜ਼ ਇਹ ਸਾਰੇ ਬ੍ਰਹਿਮੰਡ ਵਿੱਚ ਫੈਲਾ ਦਿੱਤੀ, ਸਾਰੇ ਬ੍ਰਹਿਮੰਡ ਦੇ ਵਿੱਚ ਪਸਾਰ ਦਿੱਤਾ, ਕਿਉਂਕਿ ਗੁਰੂ ਸਾਹਿਬ ਜੀ ਨੇ ਆਪ 4 ਉਦਾਸੀਆਂ ਕਰਕੇ ਭੁੱਲਿਆਂ ਨੂੰ ਰਾਹੇ ਪਾਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੀ ਕਨਸੈਪਟ ਨੂੰ ਐਕਸੈਪਟ ਕਰਕੇ ਇਹ ਬਾਬਾ ਕਬੀਰ ਜੀ ਕਹਿੰਦੇ ਨੇ, ਕਹੋ ਰੇ ਬਾਹਮਣ ਕਬ ਕੇ ਹੋਏ। ਹੁਣ ਵੇਖੋ ਕਿਵੇਂ ਸਵਾਲ ਕਰਦੇ ਨੇ, ਤੂੰ ਦੱਸ ਤੂੰ ਕਦੋਂ ਦਾ ਬ੍ਰਾਹਮਣ ਹੋ ਗਿਆ? ਕਹੋ ਰੇ ਪੰਡਤ ਬ੍ਰਾਹਮਣ ਕਬ ਕੇ ਹੋਏ। ਬ੍ਰਾਹਮਣ ਕਹਿ ਜਨਮ ਮਤ ਹੋਏ। ਤੂੰ ਆਪਣੇ ਆਪ ਨੂੰ ਬ੍ਰਾਹਮਣ ਆ ਕੇ ਇਹ ਮਨੁੱਖਾ ਜਨਮ, ਇਸ ਨੂੰ ਜੂਨ ਨਾ ਬਣਾ। ਜੂਨਾਂ ਤੇ ਹੋਰ ਵੀ ਬੜੀਆਂ ਨੇ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ। ਬਾਹਮਣ ਕਹਿ ਜਨਮ ਮਤ ਖੋਏ। ਫਿਰ ਆਇਆ ਰਹਾਉ ਦੀ ਪੰਕਤੀ ਹੈ ਤੇ ਅੱਗੇ ਭਗਤ ਜੀ ਕਹਿੰਦੇ ਨੇ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਬ੍ਰਾਹਮਣ ਆਪਣੇ ਆਪ ਨੂੰ ਅਖਾਉਣਾ ਹੈ ਤੇ ਫਿਰ ਤੇਰਾ ਜਨਮ ਲੈਣ ਦਾ ਤਰੀਕਾ ਹੋਰ ਤਰ੍ਹਾਂ ਦਾ ਹੋਣਾ ਚਾਹੀਦਾ ਸੀ। ਤੁਮ ਕਦ ਬ੍ਰਾਹਮਣ ਹਮ ਕਦ ਸੂਦ। ਤੂੰ ਕਿਵੇਂ ਬ੍ਰਾਹਮਣ ਹੈ ਤੇ ਅਸੀਂ ਕਿਵੇਂ ਸ਼ੂਦਰ ਹਾਂ। ਹਮ ਕਦ ਲੋਹੂ ਤੁਮ ਕਦ ਦੋਧ। ਜੇ ਮੇਰੇ ਸਰੀਰ ਨੂੰ ਚੀਰਿਆ ਜਾਵੇ ਤੇ ਲਹੂ ਉਹੋ ਹੀ ਨਿਕਲਣਾ ਹੈ। ਬ੍ਰਾਹਮਣ ਜੀ ਜੇ ਤੇਰੇ ਸਰੀਰ ਨੂੰ ਚੀਰਿਆ ਜਾਵੇ ਤੇ ਉਹ ਰਾਤੀ ਨਿਕਲਣੀ ਹੈ। ਜੋ ਮਿੱਝ ਹੱਡੀਆਂ ਜੋ ਗੰਦਗੀ ਦੀਆਂ ਪੋਟਲੀਆਂ ਮੇਰੇ ਸਰੀਰ ਦੇ ਵਿੱਚ ਨੇ ਉਹੋ ਹੀ ਬ੍ਰਾਹਮਣ ਜੀ ਤੇਰੇ ਵਿੱਚ ਨੇ। ਤੇ ਫਿਰ ਤੇਰੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਹੋਇਆ? ਹਾਂ, ਸਾਡੇ ਵਿੱਚੋਂ ਲਹੂ ਨਿਕਲਦਾ ਹੋਵੇ ਤੇ ਤੇਰੇ ਵਿੱਚੋਂ ਦੁੱਧ ਨਿਕਲਦਾ ਹੋਵੇ ਤਾਂ ਤੇ ਸਵਾਦ ਹੈ, ਤਾਂ ਤੇ ਤੂੰ ਬ੍ਰਾਹਮਣ ਅਖਵਾ ਸਕਦਾ ਹੈ। ਤੇਰੇ ਆਉਣ ਦਾ ਤਰੀਕਾ ਹੋਰ ਹੋਵੇ, ਮਨੁੱਖਤਾ ਜੀਵਾਂ ਦਾ ਤਰੀਕਾ ਹੋਰ ਹੋਵੇ ਤਾਂ ਤੇ ਤੂੰ ਬ੍ਰਾਹਮਣ ਅਖਵਾ ਸਕਦਾ ਹੈ। ਬ੍ਰਾਹਮਣ ਨਹੀਂ। ਇਸ ਤਰ੍ਹਾਂ ਤਨ ਕਰਕੇ ਬ੍ਰਾਹਮਣ ਨਹੀਂ ਹੋਇਆ ਜਾਂਦਾ, ਮਨ ਕਰਕੇ ਸੁਰਤ ਕਰਕੇ ਬ੍ਰਾਹਮਣ ਹੋਇਆ ਜਾਂਦਾ, ਵਿਚਾਰਾਂ ਦੇ ਨਾਲ ਬ੍ਰਾਹਮਣ ਹੋਇਆ ਜਾਂਦਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਕਿਆ ਏਕ ਸ਼ਬਦ ਲਿਵ ਲਾਏ। ਜਿਹੜਾ ਇੱਕ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਨਾਲ ਆਪਣੀ ਲਿਵ ਲਾ ਕੇ ਰੱਖਦਾ ਹੈ, ਜਿਸ ਦੀ ਸੁਰਤ ਉੱਚੀ ਹੈ, ਜਿਹਦੀ ਥਿੰਕਿੰਗ ਚੰਗੀ ਹੈ, ਜਿਹਦੀ ਵਿਚਾਰ ਚੰਗੀ ਹੈ, ਉਹ ਬ੍ਰਾਹਮਣ ਕਹਿਲਾ ਸਕਦਾ ਹੈ। ਪਰ ਜਿਹੜੀ ਵਿਚਾਰ ਜਿਹਦੀਆਂ ਨੀਵੀਆਂ ਨੇ ਉਹ ਸ਼ੂਦਰ ਤੋਂ ਵੀ ਬੱਤਰ ਹੈ। ਤੇ ਸ਼ੂਦਰ ਕਿਵੇਂ ਬਣਾਇਆ ਜਾਂਦਾ ਹੈ? ਮੇਰੇ ਸਾਹਿਬ ਜੀ ਕਹਿੰਦੇ ਨੇ ਬ੍ਰਾਹਮਣ ਨੇ ਇਹ ਵਰਣ ਵੰਡ ਪਾਈ, ਤਾਂ ਹੀ ਕਬੀਰ ਜੀ ਨੂੰ ਕਹਿਣਾ ਪਿਆ ਨਾ ਹਮ ਹਿੰਦੂ ਨਾ ਮੁਸਲਮਾਨ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਇਹ ਸੁਨਨਤ ਦੀ ਗੱਲ ਮੈਂ ਕਰ ਰਿਹਾ ਸਾਂ, ਜਨੇਊ ਦੀ ਗੱਲ ਕਰੀਏ ਤੇ ਬ੍ਰਾਹਮਣ ਜਿਹੜਾ ਹੈ ਜਨੇਊ ਪਤਾ ਕਿਹੜਾ ਪਾਉਂਦਾ ਹੈ? ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣਾ ਪਿਆ ਦਇਆ ਕਪਾਹ ਦਾ ਸੂਤਰ, ਕਪਾਹ ਦਾ ਉਹ ਜਨੇਊ ਪਾਉਂਦਾ ਹੈ। ਤੇ ਜਿਹੜਾ ਪਾਉਂਦਾ ਵੀ ਕਪਾਹ ਦਾ ਜਨੇਊ ਹੈ ਤੇ ਪਾਉਂਦਾ ਵੀ ਬਸੰਤ ਰੁੱਤ ਦੇ ਵਿੱਚ ਹੈ। ਜਿਹੜਾ ਖੱਤਰੀ ਹੈ ਉਹ ਪਾਉਂਦਾ ਵੀ ਸਣ ਦਾ ਜਨੇਊ ਹੈ, ਪਾਉਂਦਾ ਵੀ ਗਰਮੀ ਦੀ ਰੁੱਤ ਵਿੱਚ ਹੈ। ਜਿਹੜਾ ਵੈਸ਼ ਹੈ ਉਹ ਉੱਨ ਦਾ ਜਨੇਊ, ਉੱਨ ਪਤਾ ਕਿਹਦੀ ਬਣਦੀ ਹੈ? ਭੇਡੂ ਦੀ, ਭੇਡ ਦੀ। ਤੇ ਜਿਹੜੀ ਭੇਡ ਦੀ ਉੱਨ ਦਾ ਜਨੇਊ ਬਣਿਆ ਹੁੰਦਾ ਹੈ ਨਾ, ਉਹ ਬੜਾ ਭੇਡ ਦੀ ਉੱਨ ਬਹੁਤ ਗਰਮ ਹੁੰਦੀ ਹੈ। ਤੇ ਜੇ ਜਦੋਂ ਉਹ ਪਾਉਂਦਾ ਹੈ ਵੈਸ਼ ਤੇ ਉਹਦੇ ਪਿੰਡੇ ਤੇ ਲੜਦਾ ਹੈ। ਗੁਰੂ ਨਾਨਕ ਨੇ ਕਿਉਂ ਕਿਹਾ ਮੇਰੇ ਸਾਹਿਬਾਂ ਨੇ ਦਇਆ ਦੀ ਕਪਾਹ ਦੀ ਗੱਲ ਉੱਥੇ ਕਿਉਂ ਕੀਤੀ ਗਈ? ਨਿਰੀ ਜਨੇਊ ਦੀ ਗੱਲ ਵੀ ਹੋ ਸਕਦੀ ਸੀ। ਕਿਉਂ ਕਿ ਬ੍ਰਾਹਮਣ ਨੇ ਜਨੇਊ ਦੇ ਵਿੱਚ ਵੀ ਜਿਹੜਾ ਹੈ ਵਿਤਕਰਾ ਰੱਖਿਆ ਹੈ। ਖੱਤਰੀ ਗਰਮੀ ਰੁੱਤ ਤੇ ਸਣ ਦਾ, ਤੇ ਜਿਹੜਾ ਵੈਸ਼ ਹੈ ਉਹ ਭੇਡ ਦੀ ਉੱਨ ਦਾ, ਤੇ ਸ਼ੂਦਰ ਨੂੰ ਤੇ ਇਨਕਾਰ ਹੀ ਕਰ ਦਿੱਤਾ, ਤੂੰ ਜਨੇਊ ਪਾ ਹੀ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਇਹ ਗੱਲ ਕਹਿਣੀ ਪਈ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਇਹ ਜਨੇਊ ਜੀ ਕਾ, ਜੀ ਦਾ ਮੀਨਸ ਮੇਰੀ ਜਿੰਦ ਦਾ ਜਨੇਊ, ਜਿਹੜਾ ਮੇਰੀ ਜਿੰਦ ਦੇ ਨਾਲ ਨਿਭਲ ਜਾਵੇ। ਹਾਈ ਤਾਂ ਪਾਂਡੇ ਹੇ ਬ੍ਰਾਹਮਣ ਘੱਤ ਮਿਸ ਮੇਰੇ ਗਲ ਵਿੱਚ ਪਾ ਜੇ। ਆ ਜਨੇਊ ਤੇਰੇ ਕੋਲ ਦਇਆ ਹੋਵੇ, ਕਪਾਹ ਦਇਆ ਦੀ ਹੋਵੇ, ਸੰਤੋਖ ਦਾ ਸੂਤਰ ਹੋਵੇ, ਜੱਤ ਦੀਆਂ ਗੰਢਾਂ ਤੇ ਸੱਤ ਦਾ ਵੱਟ ਚੜਿਆ ਹੋਵੇ।
ਤੇ ਹੁਣ ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਸੂਤਰ ਹੈ ਬ੍ਰਾਹਮਣ ਤੂੰ ਆਪਣੇ ਗਲ ਵਿੱਚ ਪਵਾ ਕੇ ਬੜਾ ਤੈਨੂੰ ਮਾਣ ਹੈ, ਬੜਾ ਤੇਰੇ ਅੰਦਰ ਹਉਮੈ ਹੈ ਕਿ ਮੈਂ ਬ੍ਰਾਹਮਣ ਹਾਂ। ਇਹ ਸੂਤਰ ਤੇ ਜਿਹੜਾ ਸਾਡੇ ਘਰ ਵਿੱਚ ਕੱਤਿਆ ਜਾਂਦਾ, ਉਣਿਆ ਜਾਂਦਾ, ਤਾਣਾ ਤਣਿਆ ਜਾਂਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕਨਸੈਪਟ ਨੂੰ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਸੰਤਨ ਕੀ ਝੁੰਗੀਆਂ। ਕਬੀਰ ਕਹਿੰਦੇ ਨੇ ਸੰਤ ਜਨ। ਸੰਤ ਕੌਣ? ਜਨ। ਸੰਤ ਜਨ ਹੋ ਗਿਆ ਬਹੁ ਬਚਨ। ਸੰਤ ਦਾ ਅਰਥ ਕਰ ਲਈਏ ਇਕੱਲਾ ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੈ, ਜਿਹੜਾ ਅੰਦਰੋਂ ਤੇ ਬਾਹਰੋਂ ਸ਼ਾਂਤ ਹੈ, ਉਹਨੂੰ ਸੰਤ ਕਹਿੰਦੇ ਨੇ। ਅੱਜ ਦੇ ਸੰਤ ਵੇਖੋ ਗੇਰੂ ਰੰਗ ਦੇ ਜਾਂ ਧਾਰਮਿਕ ਲਿਬਾਸ ਪਾਇਆ, ਪਿੰਡੇ ਤੇ ਸਵਾਹ ਮਲ ਲਈ। ਜਿਹੜੀ ਸੰਤ ਪਿੰਡੇ ਤੇ ਆਪਾਂ ਸਵਾਹ ਮਲ ਲਈ ਤੇ ਆਪਣੇ ਆਪ ਨੂੰ ਅਸੰਤ ਖਵਾਇਆ। ਸਵਾਹ ਉਦੋਂ ਵੀ ਲੋਕ ਮਲਦੇ ਸਨ। ਸਵਾਹ ਮਲਣ ਤੋਂ ਭਾਵ ਇਹ ਸੀ ਜਦੋਂ ਅੱਗ ਬਲ ਕੇ ਠੰਡੀ ਹੋ ਜਾਵੇ, ਸਵਾਹ ਜਿਹੜੀ ਹੈ ਸਫੇਦ ਜੀ ਹੋ ਜਾਂਦੀ ਹੈ। ਤੇ ਜਦੋਂ ਸਵਾਹ ਠੰਡੀ ਹੋ ਜਾਂਦੀ ਹੈ ਉਹ ਸਵਾਹ ਨੂੰ, ਸਫੈਦ ਰੰਗ ਦੀ ਸਵਾਹ ਨੂੰ ਉਹ ਲੋਕ ਆਪਣੇ ਤਨ ਤੇ ਮਲ ਲੈਂਦੇ ਸਨ। ਮੈਸੇਜ ਇਹ ਦਿੰਦੇ ਸਨ ਕਿ ਜਿਵੇਂ ਅੱਗ ਬਲ ਕੇ ਠੰਡੀ ਹੋ ਗਈ ਹੈ, ਹੁਣ ਅਸੀਂ ਤ੍ਰਿਸ਼ਨਾ ਵਿਸ਼ੇ ਵਿਕਾਰਾਂ ਦੇ ਵਿੱਚੋਂ ਨਿਕਲ ਗਏ ਹਾਂ, ਸਾਨੂੰ ਤ੍ਰਿਸ਼ਨਾ ਦੀ ਅੱਗ ਨਹੀਂ ਸਾੜ ਰਹੀ, ਸਾਨੂੰ ਕਾਮ ਦੀ ਅੱਗ ਸਾਡੇ ਉੱਤੇ ਜ਼ੋਰ ਕਿਸੇ ਪ੍ਰਕਾਰ ਦਾ ਨਹੀਂ ਪਾ ਰਹੀ। ਜਿਵੇਂ ਅੱਗ ਬਲ ਕੇ ਠੰਡੀ ਹੋ ਗਈ ਹੈ ਅਸੀਂ ਐਵੇਂ ਸ਼ਾਂਤ ਹੋ ਗਏ ਹਾਂ। ਪਰ ਜੇ ਕਿਸੇ ਅਖੌਤੀ ਸਾਧ ਨੇ ਤਨ ਦੇ ਉੱਤੇ ਸਵਾਹ ਮਲੀ ਹੋਵੇ ਪਰ ਅੰਦਰ ਤ੍ਰਿਸ਼ਨਾ ਦੀ ਅੱਗ ਹੋਵੇ, ਅੰਦਰ ਵਿਸ਼ਿਆਂ ਦੀ ਅੱਗ ਹੋਵੇ, ਅੰਦਰ ਕ੍ਰੋਧ ਦੇ ਭਾਂਬੜ ਮਚਦੇ ਹੋਣ, ਤੇ ਕੇਵਲ ਉਹ ਤਨ ਦਾ ਸਾਧ ਹੈ, ਮਨ ਦਾ ਨਹੀਂ ਹੋ ਸਕਦਾ। ਉਹਨੇ ਆਪਣੇ ਆਪ ਨੂੰ ਸਾਧਿਆ ਨਹੀਂ। ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸੰਤਨ ਕੀ ਝੁੰਗੀਆਂ। ਝੁੱਗੀਆਂ ਭਾਵ ਛੰਨ, ਜਿਹੜੀ ਕੱਖਾਂ ਦੀ ਕੁੱਲੀ ਬਣੀ ਹੁੰਦੀ ਹੈ। ਮਾਰ ਕੰਡੇ ਤੇ ਕੋਦ ਕਾਈ ਜਿਨ ਤ੍ਰਿਣ ਧਰ ਮੂੰਡ ਬਲਾਏ। ਉਹ ਝੁੱਗੀ ਜਿਸ ਦੇ ਆਪਾਂ ਕਹਿੰਦੇ ਆ ਸਿਰ ਲਕਾਉਣ ਨੂੰ ਥਾਂ, ਪਰ ਉਹ ਮਹਿਲ ਮਾੜੀਆਂ, ਉਹ ਸੁੰਦਰ ਬਿਲਡਿੰਗਾਂ। ਭਗਤ ਕਬੀਰ ਜੀ ਕਹਿੰਦੇ ਨੇ ਉਹਨਾਂ ਮਹਿਲ ਮਾੜੀਆਂ ਦੇ ਨਾਲੋਂ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾ ਰਿਹਾ ਹੈ ਉਹ ਚੰਗੀਆਂ ਨੇ, ਉਹ ਸੁੰਦਰ ਨੇ, ਉਹ ਸੋਹਣੀਆਂ ਨੇ। ਕਿਉਂ ਜੀ? ਕਿਆ ਭੱਠ ਕੋ ਸੱਤੀ। ਭੱਠ ਕੋ ਸੱਤੀ ਤੋਂ ਭਾਵ ਹੈ ਬਦਨਸੀਬ, ਬੇਈਮਾਨ, ਖੋਟਾ ਮਨੁੱਖ, ਕਰਮ ਕਰਨ ਵਾਲਾ। ਕਿਆ ਭੱਠ ਕੋ ਸੱਤੀ ਗਾਓ। ਗਾਓ ਦਾ ਅਰਥ ਕਰਾਂਗੇ ਗਾਉਂ। ਗਾਉਂ ਮੀਨਸ ਪਿੰਡ। ਤੇ ਮੇਰੇ ਭਗਤ ਜੀ ਸਾਹਿਬ ਜੀ ਭਗਤ ਕਬੀਰ ਜੀ ਕਹਿੰਦੇ ਨੇ ਭੱਠ ਕੋ ਸੱਤੀ ਗਾਉਂ। ਗਾਉਂ ਮੀਨਸ ਪਿੰਡ। ਤੇ ਅਸੀਂ ਸਰੀਰ ਨੂੰ ਵੀ ਪਿੰਡਾ ਕਹਿ ਦਿੰਦੇ ਹਾਂ। ਪਿੰਡੇ ਨਾ ਆਈਏ, ਮੇਰਾ ਪਿੰਡਾ ਪੀੜ ਹੁੰਦਾ। ਤੇ ਇਸ ਪਿੰਡੇ ਦੇ ਵਿੱਚ ਸਾਡਾ ਜਿਹੜਾ ਮਨ ਹੈ ਉਹ ਤ੍ਰਿਸ਼ਨਾ ਦੀ ਅੱਗ ਵਾਂਗ, ਤ੍ਰਿਸ਼ਨਾ ਦੀ ਅੱਗ ਦੇ ਨਾਲ ਜਿਵੇਂ ਭੱਠੀ ਦੇ ਵਿੱਚ ਲੋਹਾ ਪਿਆ ਹੋਇਆ ਸੜਦਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਇਸ ਕਾਇਆ ਸਰੀਰ ਵਿੱਚ ਜਿਹੜਾ ਮਨ ਹੈ ਉਹ ਭੱਠੀ ਦੇ ਵਿੱਚ ਪਿਆ ਹੋਇਆ ਇਸ ਕਾਇਆ ਵਿੱਚ ਵਿਲਕ ਰਿਹਾ ਹੈ, ਸੜ ਰਿਹਾ ਹੈ, ਤੜਫ ਰਿਹਾ ਹੈ। ਕਬੀਰ ਜੀ ਬਹੁਤ ਹੀ ਸੁੰਦਰ ਢੰਗ ਨਾਲ ਸਾਨੂੰ ਸਮਝਾ ਰਹੇ ਨੇ ਆਗ ਲੱਗੋ ਤੇ ਮੀਨਸ ਉਸ ਧੌਲ। ਧੌਲ ਤੋਂ ਭਾਵ ਹੈ ਮਹਿਲ ਮਾੜੀਆਂ ਨੂੰ ਅੱਗ ਲੱਗ ਜਾਏ। ਕਿਉਂ ਲੱਗ ਜਾਏ? ਜਹ ਨਾਹੀ ਹਰ ਕੋ ਨਾਉ। ਜਿਸ ਹਿਰਦੇ ਘਰ ਵਿੱਚ, ਜਿਸ ਕਾਇਆ ਦੇ ਵਿੱਚ ਉਸ ਪਰਮਾਤਮਾ ਦੀ ਆਰਾਧਨਾ ਨਹੀਂ ਕੀਤੀ ਜਾਂਦੀ, ਜਿਸ ਸਰੀਰ ਦੁਆਰਾ ਉਸ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾਂਦਾ, ਇਸ ਕਾਇਆ ਤੋਂ ਲੈਣਾ ਵੀ ਕੀ ਹੈ? ਕਈ ਕਹਿੰਦੇ ਨੇ ਬਾਣੀ ਪੜ੍ਹਨ ਦਾ ਲਾਭ ਕੀ ਹੋਵੇਗਾ, ਬਾਣੀ ਪੜ੍ਹਨ ਦਾ ਫਾਇਦਾ ਕੀ ਹੋਵੇਗਾ, ਗੁਰਦੁਆਰੇ ਆਉਣ ਦਾ ਫਾਇਦਾ ਕੀ ਹੋਵੇਗਾ, ਸਿਮਰਨ ਕਰਨ ਦਾ ਫਾਇਦਾ ਕੀ ਹੋਵੇਗਾ। ਤੇ ਬੰਦਿਆ ਫਿਰ ਤੇਰੇ ਜੰਮਣ ਦਾ ਵੀ ਕੀ ਫਾਇਦਾ? ਭਗਤ ਕਬੀਰ ਜੀ ਕਹਿੰਦੇ ਨੇ ਜਹ ਨਾਹੀ ਹਰ ਕੋ। ਹਰ ਮੀਨਸ ਪਰਮਾਤਮਾ ਦਾ ਨਾਮ
जिस हिरदे घर विच उस परमात्मा दा नाम नहीं, उस हिरदे घर उस काया नूं उस झुग्गी सड़ क्यों ना जावे। धौल हर तो भावे महल माड़ियां। जिथे परमात्मा का नाम नहीं जपिया जाता, जिथे नाम जपीए प्रभ प्यारे से अस्थल सोहिन चौबारे। चौबारे इट्टां दे चौबारे की गल नहीं है। प्रभ हर मंदिर सोहना, इस हरी मंदिर इस परमात्मा का ये मंदिर है, काया मंदिर है। मन मंदिर तन वेश कलंदर, घट ही तीर्थ नामा। ये मन रूपी मंदिर की गल की है। मन रूपी मंदिर दे विच परमात्मा का नाम जिस दे अंदर चलता है। पातशाह जी कहते ने ते जे नहीं चलता ते धौल हर, जे ना ही हर को नाम, ये धौल जेड़े इन्हां नूं अग लग जावे। अगे भगत जी कह रहे ने, कबीर संत मुवे क्या रोइया। संत क्योंकि लोड़ पई है, संत मर जाए तो अफसोस करिए। जे संत आए तो वह जिसनों असीं फिजिकली डैथ कहने, फिजिकली डैथ तो सारिਆਂ ਦੀ होनी है। अध्यात्मक डैथ की गल है, आत्मक तौर पर मर जाना, शरीर करके मर जाने की गल नहीं है, जमीर करके मर जाना। क्या संत मुवे क्यों रोइए, क्या दा अर्थ इत्थे क्वेश्चन मार्क लग गया, क्यों रोइए। नो नीड टू क्राइम, लोड़ की है रोण दी। कबीर संत मुवे क्या रोइए, जो अपनी ग्रह जाए। ग्रह मीनस घर, जेड़ा अपने निज टिकाणे ते पहुंच जाए। निज टिकाणा इनू थोड़ा जा इवें सुखान हो जाए समझण दे विच, जिवें कोई किसी किराए ते रह रहा होवे, किराए दे रूम च रह रहा होवे ते उन्होंने ये पता होता है कि मैनू शायद अज भी खाली करा ले, कल भी माल खाली करा ले, क्यों आप किराए ते रह रहे हैं। पर जे उसनों अपना परसनल घर मिल जाए, फिर वो मन में उमाह होंदा, चाह होंदा भी हुण कोई खाली नहीं करा सकता, क्योंकि मैं अपना घर लै लिया। भगत कबीर जी कहते ने, जेड़ा उस निज घर में टिक गया, जिथे गुरु नानक साहब महाराज जी कहते नानक बद्दा घर तहां, जिथे मृत ना जन्म जरा। नानक ने अपना घर टिकाणा उस थां ते बना लिया है जिथे मौत आउंदी नहीं है। सानू ते मौत रोज आउंदी है, माड़ा जिहा लॉस हो जाए तां भी कहने मर गए जी। सुते पे भी जो सवास चल रहे ने उदों भी समझ लो। तां ही तो गुरु नानक साहब महाराज का घर का फलसफा है, सौण लग्या सोहले की बाणी पढ़ के सोने, ते जदों संसार तो कोई जाता है उदों भी सोहला उहदा पढ़िया जाता है। कबीर जी कहते ने, संत मुवे क्या रोइए, क्यों, कारण की है। नानक बद्दा घर तहां, जिथे मृत न जन्म जरा। जिथे मौत नहीं आती, अध्यात्मक मौत नहीं होती, जिथे फिजिकल डेथ की गल नहीं है। घर उस थां ते अपना टिका लिया है, टिकाणा बना लिया जिथे बुढ़ेपा भी नहीं आता, जिथे वधदा घटदा नहीं। क्योंकि परमात्मा जिहड़ा है वो एक रस है, ते जिहड़ा इस मनुखा जन्म नूं सवार लैंदा है भाई, उस परमात्मा दे चरणां विच अपनी थां बना लैंदा है। जो जल में जल आए खटाना, फिर ओदा आवा गाउण जम्मण मरण दा जेड़ा गेड़ा मुक जांदा है। कबीर जी कहंदे ने, कबीर संत मोवे क्या रोइए, जो अपने ग्रह जाए। नहीं नहीं रोवो, ओ क्यों, क्या रोवो साकत बापुरे, रोना भी है। पहला क्या नहीं रोना, तो हुण कहंदे ने रोवो। किनू रोवो, क्या साकत, साकत रब नालों टुटा होया, परमात्मा नालों विछड़िया होया, उन्होंने रोवो। जेड़ा रब नालों टुटा पिया है, परमात्मा नालों विछड़िया पिया है, जिसने अपना मनुखा जन्म गवा लिया, उन्होंने रोवो कि इन्हें मनुखा जन्म लैके भी परमात्मा की बंदगी नहीं कर सकिया। ये मनुखा जन्म लैके भी उस परमात्मा दे खुशी नूं नहीं मान सकिया, उसके चरनां विच अपना थां नहीं बना सकिया। रोज असीं पढ़ते हैं
ਸਾਕਤ ਸੰਗ ਨਾ ਕੀਜੀਐ। ਕਿਆ ਸਾਕਤ ਰੱਬ ਨਾਲ ਟੁੱਟਾ, ਪਰਮਾਤਮਾ ਨਾਲ ਵਿਛੜਿਆ, ਉਹਦਾ ਸੰਗ ਨਾ ਕਰੀ, ਉਹਦਾ ਸਾਥ ਨਾ ਕਰੀ। ਸਾਹਿਬ ਜੀ ਬਾਣੀ ਪੜ੍ਹਦੇ ਹਾਂ ਅਸੀਂ ਰੋਜ਼, ਤੇ ਭਗਤ ਜੀ ਵੀ ਬਾਣੀ ਵਿੱਚ ਕਹਿ ਰਹੇ ਨੇ। ਸਾਹਿਬ ਜੀ ਕਹਿੰਦੇ ਨੇ ਸਾਕਤ ਤੇ ਸ਼ੁਕਰ ਭਲਾ। ਸਾਕਤ ਨਾਲੋਂ ਸੂਰ ਵੀ ਚੰਗਾ ਹੈ। ਸਾਕਤ ਤੇ ਸ਼ੁਕਰ ਭਲਾ ਰਾਖੈ ਆਛਾ ਗਾਉਂ। ਗਾਉਂ ਮੀਨਸ ਪਿੰਡ, ਗਲੀ ਮੁਹੱਲਾ। ਉਹ ਗੰਦਗੀ ਖਾ ਕੇ ਪਿੰਡ ਦੀ ਸਫਾਈ ਕਰ ਦਿੰਦਾ, ਸੂਰ ਵੀ ਉਹਦੇ ਨਾਲੋਂ ਚੰਗਾ ਹੈ। ਉਹ ਸਾਕਤ ਬਪਰਾ ਮਰ ਗਿਆ ਕੋਈ ਨਾ ਲਹੈ ਨਾਉ। ਉਹ ਸਾਕਤ ਰੱਬ ਨਾਲ ਟੁੱਟਾ ਹੋਇਆ ਮਰ ਗਿਆ। ਬੜੇ ਸੰਸਾਰ ਵਿੱਚ ਆਏ, ਬੜੇ ਤੁਰ ਗਏ, ਕੋਈ ਨਾਂ ਨਹੀਂ ਲੈਂਦਾ। ਭਗਤ ਕਬੀਰ ਜੀ ਦਾ ਅੱਜ ਫਿਰ ਮਹਿਮਾ ਹੋ ਰਹੀ ਹੈ। ਭਗਤ ਕਬੀਰ ਜੀ ਦੀ ਅੱਜ ਫਿਰ ਵਾਹਵਾ ਹੋ ਰਹੀ ਹੈ। ਭਗਤ ਕਬੀਰ ਜੀ ਦੇ ਗੁਣ ਗਾਏ ਜਾ ਰਹੇ ਨੇ, ਕਿਉਂਕਿ ਸਾਕਤ ਨਹੀਂ ਸੀ। ਉਸਨੇ ਪ੍ਰਮਾਤਮਾ ਦੀ ਬੰਦਗੀ, ਉਸ ਪ੍ਰਮਾਤਮਾ ਦਾ ਉਸਨੇ ਸਿਮਰਨ ਕੀਤਾ। ਤੇ ਭਗਤ ਜੀ ਕਹਿੰਦੇ ਨੇ ਰੋਵੋ ਸਾਕਤ ਬਾਪੁਰੇ ਜੋ ਹਟ ਹਾਟ ਬਿਕਾਏ। ਹਟ ਹੱਟ ਹੱਟੀ, ਇੱਥੋਂ ਵਿਕ ਚੀਜ਼ ਵਿਕਣੀ, ਦੂਸਰੇ ਥਾਂ ਤੇ ਵਿਕ ਜਾਣੀ। ਵਿਕਾਏ ਦਾ ਭਾਵ ਹੈ ਵਿਕਣਾ। ਮਨੁੱਖ ਆਪਣਾ ਕੋਈ ਸਰੀਰ ਵੇਚ ਰਿਹਾ ਹੈ, ਕੋਈ ਅੱਜ ਆਪਣਾ ਜ਼ਮੀਰ ਵੇਚ ਰਿਹਾ ਹੈ। ਆ ਜਿਹੜੇ ਆਕਸੀਜਨ ਸਿਲੰਡਰ ਨੇ 10,000 15,000 ਦਾ ਆ ਕੇ ਲੱਖਾਂ ਦੇ ਵਿੱਚ ਵੇਚੀ ਤੁਰੇ ਜਾ ਰਹੇ। ਸਰੀਰ ਵੇਚ ਰਿਹਾ, ਕੋਈ ਜ਼ਮੀਰ ਵੇਚ ਰਿਹਾ। 2-4 ਕਿਲੋਮੀਟਰ ਦੇ 5-5 10-10 ਹਜ਼ਾਰ ਰੁਪਏ ਕਿਰਾਇਆ ਲੈ ਰਹੇ ਨੇ। ਕੀ ਉਹ ਮਾਇਆ ਸਾਡੇ ਕੰਮ ਆਏਗੀ? ਪਰ ਇਹ ਨਹੀਂ ਪਤਾ ਕਿ ਭਗਤ ਜੀ ਕਹਿੰਦੇ ਨੇ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਜਿਹੜਾ ਅੱਜ ਇਹਦੇ ਨਾਲ ਹੋ ਰਿਹਾ, ਕੱਲ ਤੇਰੇ ਨਾਲ ਵੀ ਹੋ ਸਕਦਾ ਹੈ। ਕੱਲ ਤੇਰਾ ਵੀ ਦਿਨ ਉਹ ਆ ਸਕਦਾ ਹੈ, ਕਿਉਂਕਿ ਅਸੀਂ ਕਹਿ ਦਿੰਦੇ ਹਾਂ ਕੱਲ ਤੇ ਚੰਗਾ ਭਲਾ ਸੀ, ਚਲੇ ਵੀ ਗਿਆ। ਬਸ ਫੇਸਬੁੱਕ ਤੇ ਇਹੋ ਕੁਝ ਹੀ ਆ ਰਿਹਾ ਹੈ। ਪਰ ਉਹ ਮਨੁੱਖ ਸੋਚ ਲੈਣ ਜਿਹੜੇ ਆਪਣੀ ਜ਼ਮੀਰ ਨੂੰ ਵੇਚ ਚੁੱਕੇ ਨੇ, ਜਿਹੜਾ ਆਪਣਾ ਆਪ ਨਹੀਂ ਕੰਟਰੋਲ ਕਰ ਪਾ ਰਹੇ ਤੇ ਕੇਵਲ ਧਨ ਦੌਲਤ ਨੂੰ ਮੁੱਖ ਰੱਖਿਆ ਹੈ। ਮੇਰੇ ਸਾਹਿਬ ਜੀ ਕਹਿ ਰਹੇ ਨੇ ਰੋਵੋ ਸਾਕਤ। ਉਹ ਸਾਕਤ ਨੇ, ਉਹ ਰੱਬ ਨਾਲੋਂ ਟੁੱਟੇ ਹੋਏ ਨੇ, ਪ੍ਰਮਾਤਮਾ ਤੋਂ ਵਿਛੜੇ ਪਏ ਨੇ। ਉਹ ਕੇਵਲ ਇੱਕ ਧਨ ਦੇ ਪੁਜਾਰੀ ਰਹਿ ਗਏ ਨੇ। ਰੋਵੋ ਸਾਕਤ ਬਾਪਰੇ ਜੋ ਹਟ ਹਾਟ ਬਿਕਾਏ। ਤੇ ਭਗਤ ਜੀ ਨੇ ਪਹਿਲੇ ਆ ਸ਼ਲੋਕ ਵਿੱਚ ਆਪਾਂ ਪੜ੍ਹ ਰਹੇ ਸੀ, ਜਿਹੜਾ 15ਵਾਂ ਹੈ, ਝੁੰਗੀਆਂ ਭਲੀ। ਉਹ ਝੁੰਗੀਆਂ ਭਲੀਆਂ ਨੇ ਜਿੱਥੇ ਪ੍ਰਮਾਤਮਾ ਦਾ ਸਿਮਰਨ ਹੋ ਰਿਹਾ ਹੈ। ਭਗਤ ਕਬੀਰ ਜੀ ਦੀ ਝੁੱਗੀ ਦੇ ਲਾਗੇ ਕੋਈ ਸਰੀਰ ਵੇਚਣ ਵਾਲਾ ਸੀ, ਜਿਹਨੂੰ ਵੇਸਵਾ ਕਹਿੰਦੇ ਨੇ। ਭਗਤ ਕਬੀਰ ਜੀ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ। ਇੱਕ ਦਿਨ ਮਨ ਵਿੱਚ ਖਿਆਲ ਆਇਆ, ਇੱਥੇ ਬਹੁਤ ਹੀ ਸ਼ੋਰ ਸ਼ਰਾਬਾ ਹੁੰਦਾ ਹੈ, ਬਹੁਤ ਰੌਲੀ ਪੈਂਦੀ ਹੈ, ਜਿਹਨੂੰ ਅੱਜ ਵੀ ਆਪਾਂ ਮਿਊਜ਼ਿਕ ਵਜਾਉਂਦੇ ਹਾਂ, ਗੰਦੇ ਬੋਲ ਕੰਨਾਂ ਦੁਆਰਾ ਸੁਣਦੇ ਹਾਂ। ਬੜੀ ਰੌਲੀ ਪੈਂਦੀ ਹੈ, ਬੜਾ ਕੁਝ ਹੁੰਦਾ ਹੈ। ਜਾ ਕੇ ਕਹਿਣ ਲੱਗਾ, ਧੀਏ ਭੈਣੇ, ਜੇ ਤੂੰ ਇੱਥੋਂ ਦੂਰ ਚਲੀ ਜਾਵੇਂ, ਕਿਧਰੇ ਹੋਰ ਥਾਂ ਬਣਾ ਲਵੇਂ। ਤੇ ਅੱਗੋਂ ਉਹ ਕਹਿਣ ਲੱਗੀ ਭਗਤ ਕਬੀਰ ਜੀ ਨੂੰ, ਤੂੰ ਹੋਰ ਥਾਂ ਤੇ ਆਪਣੀ ਝੁੱਗੀ ਪਾ ਲੈ, ਤੂੰ ਹੋਰ ਥਾਂ ਤੇ ਚਲੇ ਜਾ, ਮੈਂ ਇੱਥੋਂ ਨਹੀਂ ਜਾਣਾ। ਤੂੰ ਮੈਨੂੰ ਉੱਥੋਂ ਕੱਢਣਾ ਚਾਹੁੰਦਾ ਹੈ। ਵਾਪਸ ਮੁੜ ਆਇਆ। ਕਬੀਰ ਜੀ ਨੇ ਹੁਣ ਕੀ ਕੀਤਾ? ਜਦੋਂ ਉਹ ਪਹਿਲਾਂ ਸਿਮਰਨ ਆਪਣੇ ਵਾਸਤੇ ਹੌਲੀ ਹੌਲੀ ਜਪ ਕਰਦਾ ਸੀ, ਅੱਜ ਭਗਤ ਕਬੀਰ ਜੀ ਉੱਚੀ ਉੱਚੀ ਆਵਾਜ਼ ਦੇ ਨਾਲ ਜਦੋਂ ਬੰਦਗੀ ਸਿਮਰਨ ਕਰਨ ਲੱਗਾ, ਉਹ ਜਿਹੜੀ ਆਵਾਜ਼ ਸੀ, ਵੇਸਵਾ ਦੇ ਕੋਲ ਲੋਕ ਆਉਂਦੇ ਸਨ, ਉਹਨਾਂ ਦੇ ਕੰਨਾਂ ਤੱਕ ਪਹੁੰਚਣੀ ਸ਼ੁਰੂ ਹੋਈ। ਜਦੋਂ ਆਵਾਜ਼ ਉਹ ਕੰਨਾਂ ਤੱਕ ਗਈ ਗੁਰੂ ਸ਼ਬਦ ਦੀ, ਤੇ ਜਿਹਨੂੰ ਅਸੀਂ ਔਰਾ ਇੰਗਲਿਸ਼ ਵਿੱਚ ਬੋਲਦੇ ਨੇ, ਔਰਾ, ਵੇਪਸਾਂ। ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਉੱਥੇ ਵੇਪਸ ਹੁੰਦੀ ਹੈ, ਉੱਥੇ ਔਰਾ ਹੁੰਦਾ ਹੈ। ਤੇ ਜਦੋਂ ਉਹ ਭਗਤ ਕਬੀਰ ਜੀ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਉਸ ਔਰੇ ਦੇ ਵਿੱਚ ਜਿਹੜਾ ਵੀ ਆਉਂਦਾ ਹੈ, ਉਹ ਭਗਤ ਕਬੀਰ ਜੀ ਦੀ ਝੌਂਪੜੀ ਅੱਗੇ, ਝੁੱਗੀ ਅੱਗੇ ਆ ਕੇ ਬੈਠ ਕੇ ਸਿਮਰਨ ਕਰਨ ਲੱਗ ਪੈਂਦਾ। ਉਸ ਵੇਸਵਾ ਦਾ ਧੰਦਾ ਬੰਦ ਹੋ ਗਿਆ। ਜਦੋਂ ਧੰਦਾ ਬੰਦ ਹੋਇਆ, ਉਸਨੇ ਆਪਣੇ ਕਿਸੇ ਕਰਿੰਦੇ ਦੇ ਕੋਲੋਂ ਇਉਂ ਕਿਹਾ ਕਿ ਇਹਦਾ ਘਰ ਸਾੜ ਦਿੱਤਾ ਜਾਵੇ, ਸੋਭ ਸਾੜ ਦਿੱਤਾ ਜਾਵੇ, ਝੌਂਪੜੀ ਸਾੜ ਦਿੱਤੀ ਜਾਵੇ।
ਭਗਤ ਕਬੀਰ ਜੀ ਦੀ ਝੌਂਪੜੀ ਨੂੰ ਅੱਗ ਲਾ ਦਿੱਤੀ। ਰੱਬ ਨੇ ਇਹੋ ਜਿਹਾ ਬਿਰਤਾਂਤ ਵਰਤਾਇਆ ਕਿ ਹਵਾ ਹਨੇਰੀ ਆਈ, ਕਿਧਰੇ ਇੱਕ ਚਿੰਗਾਰੀ ਉਸ ਵਿਸਵਾ ਦੀ ਝੁੱਗੀ ਦੇ ਵੀ ਪੈ ਗਈ, ਉਹਦੀ ਵੀ ਸੜ ਗਈ। ਹੁਣ ਵਿਸਵਾ ਆ ਕੇ ਭਗਤ ਕਬੀਰ ਜੀ ਨੂੰ ਕਹਿੰਦੀ ਹੈ, ਤੂੰ ਕੋਈ ਜਾਦੂਗਰ ਹੈ ਕਿ ਮੇਰੀ ਤੂੰ ਝੌਂਪੜੀ ਸਾੜ ਦਿੱਤੀ? ਮੈਂ ਤੇ ਆਪਣਾ ਸਰੀਰ ਵੇਚ ਕੇ ਇੰਨਾ ਵੱਡਾ ਘਰ ਬਣਾਇਆ ਸੀ। ਜਾਣ ਲਿਆ ਜੀ, ਧਿਆਨ ਦਿਆ ਜੀ, ਕੋਈ ਆਪਣਾ ਸਰੀਰ ਵੇਚ ਕੇ ਘਰ ਬਣਾ ਰਿਹਾ ਹੈ, ਕੋਈ ਆਪਣਾ ਜ਼ਮੀਰ ਵੇਚ ਕੇ ਬਣਾ ਰਿਹਾ ਹੈ। ਭਗਤ ਨੂੰ ਕਹਿਣ ਲੱਗੀ, ਮੇਰੀ ਝੁੱਗੀ ਤੂੰ ਮੇਰਾ ਘਰ ਸਾੜ ਦਿੱਤਾ ਹੈ। ਭਗਤ ਕਬੀਰ ਜੀ ਕਹਿੰਦਾ, ਨਾ ਮੈਂ ਲਾਈ ਨਾ ਤੂੰ ਲਾਈ, ਯਾਰੀ ਆਪਣੀ ਯਾਰਾਂ ਨਿਭਾਈ। ਮੈਂ ਵੀ ਭੈਣੇ ਅੱਗ ਤੇਰੀ ਝੁੱਗੀ ਨੂੰ ਨਹੀਂ ਲਾਈ, ਤੇ ਮੇਰੀ ਝੁੱਗੀ ਨੂੰ ਅੱਗ ਤੂੰ ਵੀ ਨਹੀਂ ਲਾਈ। ਯਾਰਾਂ ਨੇ ਆਪਣੀ ਯਾਰੀ ਨਿਭਾਈ, ਤੇਰੇ ਯਾਰਾਂ ਨੇ, ਤੇਰੇ ਕਰਿੰਦਿਆਂ ਨੇ ਮੇਰੀ ਝੁੱਗੀ ਨੂੰ ਅੱਗ ਲਾ ਦਿੱਤੀ, ਤੇ ਮੇਰੇ ਮਿੱਤਰ ਨੇ ਤੇਰੀ ਝੁੱਗੀ ਨੂੰ ਸਾੜ ਦਿੱਤਾ। ਨਾ ਤੇਰਾ ਕਸੂਰ ਹੈ ਤੇ ਨਾ ਮੇਰਾ, ਤੇ ਯਾਰਾਂ ਨੇ ਆਪਣੀ ਯਾਰੀ ਨਿਭਾਈ ਹੈ। ਜਦੋਂ ਇਹ ਬਚਨ ਕਹਿ ਰਹੇ ਨੇ, ਭਗਤ ਕਬੀਰ ਜੀ ਦੀ ਸ਼ਰਨ ਦੇ ਵਿੱਚ ਉਹ ਵਿਸਵਾ ਜਿਹੜੇ ਮਾੜੇ ਕਰਮ ਸਰੀਰ ਵੇਚਣ ਵਾਲੀ ਸੀ, ਉਹ ਵੀ ਆ ਕੇ ਚਰਨਾਂ ਤੇ ਢਹਿ ਪਈ, ਉਹਦਾ ਵੀ ਉਧਾਰ ਹੋ ਗਿਆ। ਮੈਂ ਅੱਜ ਇਹ ਬਚਨ ਕਹਿਣੇ ਚਾਹੁੰਦਾ ਹਾਂ, ਜਿਹੜੇ ਆਪਣਾ ਜ਼ਮੀਰ ਵੇਚ ਰਹੇ ਨੇ, ਉਹ ਗੁਰੂ ਕੇ ਪਾਸ ਆ ਜਾਓ। ਇਸੇ ਤਰ੍ਹਾਂ ਕਰੇ ਸਾਡਾ ਸਾਰਿਆਂ ਦਾ ਉਧਾਰ ਹੋ ਜਾਵੇ, ਸਰੀਰ ਤੇ ਜ਼ਮੀਰ। ਹੁਣ ਭਗਤ ਜੀ ਕਹਿ ਰਹੇ ਨੇ, ਰੋਵੋ ਸਾਕਤ ਬਾਪਰੇ, ਜੋ ਹਾਟ ਬਿਕਾਏ। ਜਿਹੜਾ ਥਾਂ ਥਾਂ ਤੇ ਵਿਕਦਾ ਹੈ, ਉਹ ਰੱਬ ਨਾਲੋਂ ਟੁੱਟਾ ਹੋਇਆ, ਸਾਕਤ ਪਰਮਾਤਮਾ ਨਾਲੋਂ ਵਿਛੜਿਆ ਹੋਇਆ ਰੋਣਾ ਏ, ਤੇ ਭਾਈ ਉਹਨੂੰ ਰੋਵੋ। ਕਬੀਰ ਜੀ ਕਹਿੰਦੇ ਨੇ, ਕਬੀਰ ਸਾਕਤ ਐਸਾ ਹੈ। ਕਿਵੇਂ ਜਾਏ ਜੀ? ਜੈਸੀ ਲਸਨ ਕੀ ਖਾਨ। ਖਾਨ ਤੋਂ ਕਵਾਂਗੇ ਕਿਸੇ ਪਦਾਰਥ ਦੇ ਇਕੱਤਰਤਾ ਹੋਣੀ, ਕੋਠੜੀ ਜਾਂ ਸਟੋਰ 'ਚ ਕੀਤਾ ਹੋਇਆ, ਭਰਿਆ ਹੋਇਆ। ਜਿੱਥੇ ਲਸਣ ਪਈ ਹੈ, ਬਹੁਤ ਸਾਰੀ ਲਸਣ ਇਕੱਠੀ ਹੋਈ ਹੈ, ਕਿਆ ਕੋਨੇ ਬੈਠੇ ਖਾਈਐ। ਤੇ ਜੇ ਉਸ ਲਸਣ ਦੇ ਵਿੱਚੋਂ ਕੋਈ ਮਨੁੱਖ ਕੋਨੇ ਵਿੱਚ ਬਹਿ ਕੇ, ਮਿੰਸ ਛੁਪ ਕੇ ਉਸ ਲਸਣ ਨੂੰ ਖਾ ਲਵੇ। ਪ੍ਰਗਟ ਹੋਏ ਨਿਦਾਨ। ਨਿਦਾਨ ਦਾ ਅਰਥ ਕਰਾਂਗੇ ਅਣਜਾਣ, ਓੜਕ। ਆਖਰ ਨੂੰ ਹੇ ਝੱਲਿਆ ਅਣਜਾਣ ਬੇਸਮਝਿਆ। ਜੇ ਤੂੰ ਕੋਨੇ ਵਿੱਚ ਚੋਰੀ ਬੈਠ ਕੇ ਵੀ ਲਸਣ ਖਾਏਗਾ, ਤੇਰੇ ਮੂੰਹ 'ਚ ਸਮੈਲ ਜ਼ਰੂਰ ਆਏਗੀ, ਤੇਰੇ ਮੂੰਹ 'ਚੋਂ ਬਦਬੂ ਜ਼ਰੂਰ ਆਏਗੀ। ਜੇ ਤੂੰ ਦੁਨੀਆ ਦੀ ਅੱਖਾਂ ਤੋਂ ਬਚਾ ਕੇ ਵੀ ਗੁਨਾਹ ਕਰ ਰਿਹਾ ਹੈ, ਜੇ ਤੂੰ ਦੁਨੀਆ ਦੀ ਅੱਖ ਤੋਂ ਬਚ ਕੇ ਵੀ ਪਾਪ ਕਰ ਰਿਹਾ ਹੈ, ਕਿਸੇ ਹੋਰ ਦੇ ਨਾਮ ਤੇ ਕਰ ਰਿਹਾ ਹੈ, ਆਪ ਅੱਗੇ ਨਹੀਂ ਆ ਰਿਹਾ, ਇੱਕ ਦਿਨ ਜ਼ਰੂਰ ਇਹ ਪਾਪ ਤੇਰਾ ਪ੍ਰਗਟ ਹੋ ਜਾਏਗਾ। ਇੱਕ ਦਿਨ ਜ਼ਰੂਰ ਇਹ ਤੇਰਾ ਜ਼ਾਹਰ ਹੋ ਜਾਏਗਾ। ਲਸਣ ਖਾਦੀ ਹੋਵੇ, ਮੂੰਹ 'ਚੋਂ ਬਦਬੂ ਜ਼ਰੂਰ ਆਏਗੀ। ਉਸ ਸਮੈਲ ਨੂੰ ਕਦੀ ਰੋਕਿਆ ਨਹੀਂ ਜਾ ਸਕਦਾ, ਆਏਗੀ। ਤੇ ਜੇ ਗੁਨਾਹ ਕੀਤਾ ਹੈ, ਪਾਪ ਕੀਤਾ ਹੈ, ਜਿੰਨੇ ਮਰਜ਼ੀ ਪਰਦੇ ਪਾਈ ਜਾ, ਇਹ ਤੇਰੇ ਜ਼ਾਹਰ ਹੋ ਜਾਣਗੇ, ਜੱਗ ਜ਼ਾਹਰ ਹੋ ਜਾਣਗੇ। ਕਬੀਰ ਜੀ ਕਹਿ ਰਹੇ ਨੇ, ਮੈਂ ਆਪਣੇ ਕੋਲੋਂ ਇੱਕ ਸ਼ਬਦ ਨਹੀਂ ਕਹਿ ਰਿਹਾ। ਕਬੀਰ ਸਾਕਤ ਐਸਾ ਹੈ। ਸਾਕਤ ਰੱਬ ਨਾਲ ਟੁੱਟਾ ਹੋਇਆ, ਜਿਵੇਂ ਲਸਣ, ਗਾਰਲਿਕ ਜਿਹਨੂੰ ਅਸੀਂ ਕਹਿੰਦੇ ਆ। ਕਬੀਰ ਸਾਕਤ ਐਸਾ ਹੈ, ਜੈਸੀ ਲਸਣ ਕੀ ਖਾਨ। ਕੋਨੇ ਬੈਠੇ ਖਾਈਐ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ। ਇਧਰੋਂ ਉਧਰੋਂ ਖੱਬੇ ਸੱਜੋ ਵੇਖ ਕੇ ਵੀ ਲੁੱਕ ਕੇ ਪਾਪ ਕਰ ਲੈ, ਕੀ ਪਤਾ ਲੱਗਣਾ, ਲੱਗ ਜਾਣਾ ਹੈ। ਪ੍ਰਗਟ ਹੋ ਜਾਏਗਾ, ਅੱਜ ਨਹੀਂ ਕੱਲ ਜ਼ਰੂਰ ਪ੍ਰਗਟ ਹੋਏਗਾ। ਸਿਆਣੇ ਸਾਡੇ ਬਜ਼ੁਰਗ ਕਹਿੰਦੇ ਸਨ, ਇਸ਼ਕ ਮੁਸ਼ਕ ਕਦੀ ਲੁਕਿਆ ਨਹੀਂ ਰਹਿੰਦਾ। ਇਸ਼ਕ ਵੀ ਤੇ ਮੁਸ਼ਕ ਵੀ। ਮੁਸ਼ਕ ਦੇ ਉੱਤੇ, ਬਦਬੂ ਦੇ ਉੱਤੇ ਜਿੰਨੇ ਮਰਜ਼ੀ ਤੁਸੀਂ ਸੈਂਟ ਛਿੜਕਦੇ ਹੋ, ਉਹ ਬਦਬੂ ਨੇ ਜ਼ਾਹਰ ਹੋ ਹੀ ਜਾਣਾ, ਅੰਦਰੋਂ ਪ੍ਰਗਟ ਹੋ ਹੀ ਜਾਣਾ, ਕਿਉਂਕਿ ਉਹ ਘਰ ਬਣੀ ਪਈ ਹੈ। ਕਬੀਰ ਮਾਇਆ ਡੋਲਨੀ, ਪਵਨ ਝਕੋਲਣ ਹਾਰ। ਕਬੀਰ ਜੀ, ਇਹ ਜਿਹੜੀ ਦੁਨੀਆ ਹੈ, ਇਹ ਦੁਨੀਆ ਮਾਇਆ ਕੀ ਹੈ? ਦੁੱਧ ਦਹੀਂ ਦੀ ਚਾਟੀ ਹੈ। ਇਹ ਦੁਨੀਆ ਮਾਇਆ ਦੁੱਧ ਦਹੀਂ ਦੀ ਚਾਟੀ ਹੈ।
ਤੇ ਚਾਟੀ ਦੇ ਵਿੱਚ ਉਹ ਚੀਜ਼ ਜਿਸ ਨਾਲ ਦੁੱਧ ਨੂੰ ਰਿੜਕਿਆ ਜਾਂਦਾ ਹੈ, ਦਹੀਂ ਨੂੰ ਮਥਿਆ ਜਾਂਦਾ ਹੈ, ਉਹ ਚੀਜ਼ ਮਧਾਣੀ। ਕਬੀਰ ਜੀ ਕਹਿੰਦੇ ਨੇ, ਪਵਨ ਪਵਨ ਨੂੰ ਤੂੰ ਆਪਣਾ ਝਕੋਲਣਹਾਰ ਤੋਂ ਭਾਵ ਹੈ ਮਧਾਣੀ ਬਣਾ। ਸੰਸਾਰ ਨੂੰ ਛੱਡਣ ਦੀ ਲੋੜ ਨਹੀਂ ਹੈ। ਸੰਸਾਰ ਦੇ ਵਿੱਚ ਹੀ ਨਿਰੰਕਾਰ ਹੈ, ਸੰਸਾਰ ਵਿੱਚ ਹੀ ਪਰਵਤਗਾਰ ਹੈ, ਕਿਉਂਕਿ ਖਾਲਿਕ ਖਲਕ ਖਲਕ ਮੈਂ ਖਾਲਿਕ ਪੂਰ ਰਹਿਓ ਸਰਬ ਠਾਈ। ਸਰਬ ਠਾਈ ਤੋਂ ਭਾਵ ਹੈ ਉਹ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ, ਰਮਿਆ ਹੋਇਆ ਹੈ। ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਧਰੀਜੈ। ਜਿਵੇਂ ਧਰਤੀ ਦੇ ਵਿੱਚ ਪਾਣੀ, ਪਾਣੀ ਵਿੱਚ ਧਰਤੀ, ਲੱਕੜ ਵਿੱਚ ਅੱਗ, ਦੁੱਧ ਵਿੱਚ ਘਿਓ। ਰੱਬ ਇਸੇ ਤਰ੍ਹਾਂ ਸਾਰੀਆਂ ਥਾਵਾਂ ਤੇ ਵਿਆਪਕ ਹੈ। ਉਹ ਅਦ੍ਰਿਸ਼ਟ ਹੈ, ਸਥੂਲ ਨਹੀਂ ਹੈ, ਅਦ੍ਰਿਸ਼ਟ ਹੈ। ਉਹ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ, ਉਸ ਮਾਲਕ ਨੂੰ ਅਨੁਭਵ ਕਰਨਾ ਪੈਣਾ ਹੈ। ਜਿਵੇਂ ਫੁੱਲਾਂ ਦੀ ਖੁਸ਼ਬੂ ਜਿਹੜੀ ਹੈ ਉਹ ਦਿਸਦੀ ਨਹੀਂ ਹੈ, ਪਰ ਨਾਸਕਾਂ ਦੇ ਨਾਲ ਉਸ ਨੂੰ ਜੇ ਸੁੰਘੀਏ ਤੇ ਉਸ ਦੀ ਖੁਸ਼ਬੂ ਦਾ ਆਨੰਦ ਮਾਣਿਆ ਜਾਂਦਾ ਹੈ। ਉਸ ਖੁਸ਼ਬੂ ਦੀ, ਉਸ ਸੁਗੰਧੀ ਦਾ ਰਸ ਲਿਆ ਜਾ ਸਕਦਾ ਹੈ। ਪਰ ਜੇ ਨਾਸਕਾਂ ਦੇ ਵਿੱਚ ਗੰਦਗੀ ਭਰੀ ਹੋਵੇ, ਨਾਸਕਾਂ ਜਿਹੜੀਆਂ ਨੇ ਉਹ ਗੰਦਗੀ ਦੇ ਨਾਲ ਨੱਕੋ ਨੱਕ ਭਰੀਆਂ ਹੋਣ ਤੇ ਖੁਸ਼ਬੂ ਨੂੰ ਨੱਕ ਦੇ ਲਾਗੇ ਕਰੇ, ਫੁੱਲ ਨੂੰ, ਸੁਗੰਧੀ ਨੂੰ ਨੱਕ ਦੇ ਲਾਗੇ ਕਰੇ, ਵੀ ਇਹਦੇ ਵਿੱਚ ਤੇ ਆਉਂਦੀ ਨਹੀਂ ਖੁਸ਼ਬੂ। ਤੇ ਕੋਈ ਕਹੇਗਾ ਬਈ ਖੁਸ਼ਬੂ ਤੇ ਫੁੱਲਾਂ ਵਿੱਚ ਵੀ ਹੈ ਮਿੱਤਰਾ, ਪਰ ਤੇਰੀ ਨਾਸਕਾਂ ਦੇ ਵਿੱਚ ਗੰਦਗੀ ਭਰੀ ਹੈ, ਤੇਰੀ ਨਾਸਕਾਂ ਦੇ ਵਿੱਚ ਮੈਲ ਭਰੀ ਹੋਈ ਹੈ। ਜੇ ਤੇਰੀਆਂ ਨਾਸਾਂ ਸਾਫ਼ ਨਹੀਂ ਤੇ ਤੈਨੂੰ ਖੁਸ਼ਬੂ ਨਹੀਂ ਆ ਸਕਦੀ। ਰੱਬ ਤੇ ਹੈ, ਪਰਮਾਤਮਾ ਤੇ ਹੈ। ਸਾਕਤ ਇਹ ਕਹਿੰਦਾ ਕਿ ਰੱਬ ਕਿੱਥੇ ਰਹਿੰਦਾ ਹੈ? ਨਹੀਂ ਪੁੱਛੋ ਤੇ ਇਹ ਦੱਸੋ ਵੀ ਕਿਹੜੀ ਥਾਂ ਤੇ ਰੱਬ ਹੈ? ਨਹੀਂ। ਕਿਹੜੀ ਥਾਂ ਹੈ ਇਹੋ ਜੀ ਜਿੱਥੇ ਰੱਬ ਨਹੀਂ ਹੈ, ਪਰਮਾਤਮਾ ਨਹੀਂ ਹੈ? ਉਹ ਤੇ ਸਾਰੀਆਂ ਥਾਵਾਂ ਤੇ ਹੈ। ਉਹ ਸਰਬ ਵਿਆਪਕ ਹੈ। ਉਹ ਪਰਮਾਤਮਾ ਨਾ ਕਾਬੇ ਵਿੱਚ ਹੈ, ਨਾ ਮੰਦਰ ਵਿੱਚ ਹੈ, ਨਾ ਮਸਜਿਦ ਵਿੱਚ ਹੈ। ਉਹ ਕਣ ਕਣ ਵਿੱਚ ਸਮਾਇਆ ਹੋਇਆ ਹੈ। ਉਹ ਜ਼ਰਾ ਜ਼ਰਾ ਦੇ ਵਿੱਚ ਹੈ। ਉਹ ਖਲਕਤ ਵਿੱਚ ਹੈ, ਖਲਕਤ ਉਸ ਵਿੱਚ ਹੈ। ਪਾਣੀ ਦੇ ਵਿੱਚ ਦੁੱਧ, ਦੁੱਧ ਦੇ ਵਿੱਚ ਘਿਓ ਹੈ। ਪਰ ਮਧਾਣੀ ਪਾਣੀ ਪੈਣੀ ਹੈ। ਮਧਾਣੀ ਪਾਉਣ ਦੇ ਲਈ ਜੇ ਦੁੱਧ ਨੂੰ ਐਵੇਂ ਰੱਖ ਦਈਏ ਤੇ ਮਧਾਣੀ ਪਾ ਦਈਏ ਤੇ ਕਹੀਏ ਵੀ ਦੁੱਧ ਵਿੱਚੋਂ ਘਿਓ ਨਹੀਂ, ਮੱਖਣ ਨਹੀਂ ਆਇਆ, ਸਿਆਣੇ ਨੂੰ ਪੁੱਛਿਆ ਜਾਵੇ ਕਹੇਗਾ ਨਹੀਂ ਭਾਈ, ਦੁੱਧ ਨੂੰ ਤਾਂ ਫਿਰ ਇਹਨੂੰ ਜਾਗ ਲਾ। ਜਾਗ ਲਾਉਣ ਤੋਂ ਭਾਵ ਜਿਹਨੂੰ ਖੱਟਾ ਕਹਿੰਦੇ ਆ, ਫਿਰ ਦਹੀਂ ਬਣ ਜਾਏਗੀ ਤੇ ਫਿਰ ਦਹੀਂ ਦੇ ਵਿੱਚ ਮਧਾਣੀ ਪਾਏਗਾ, ਮੱਖਣ ਨਿਕਲ ਆਏਗਾ। ਗੁਰੂ ਸ਼ਬਦ ਸਾਨੂੰ ਸੋਝੀ ਦਿੰਦਾ ਹੈ। ਆਤਮਾ ਦੇ ਵਿੱਚ ਪਰਮਾਤਮਾ ਹੈ, ਪਰ ਗੁਰੂ ਦੇ ਸ਼ਬਦ ਦਾ ਜਾਗ ਲਾ। ਜਦੋਂ ਤੈਨੂੰ ਗੁਰੂ ਦੇ ਸ਼ਬਦ ਦਾ ਤੇਰੇ ਇਸ ਹਿਰਦੇ ਘਰ ਨੂੰ ਜਾਗ ਲੱਗ ਗਿਆ, ਉਹ ਆਤਮਾ ਵਿੱਚੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਜਦੋਂ ਤੇਰੀ ਨਾਸਕਾਂ ਦੇ ਵਿੱਚੋਂ ਗੰਦਗੀ ਨਿਕਲਦੇ ਗਈ, ਤੈਨੂੰ ਫੁੱਲਾਂ ਦੇ ਵਿੱਚੋਂ ਖੁਸ਼ਬੂ ਆਉਣ ਲੱਗ ਪਏਗੀ, ਮਹਿਸੂਸ ਹੋ ਜਾਏਗੀ। ਜਦੋਂ ਤੇਰੇ ਅੰਗਾਂ ਦੇ ਵਿੱਚੋਂ ਵਿਸ਼ਿਆਂ ਵਿਕਾਰਾਂ ਦੀ ਗੰਦਗੀ ਨਿਕਲ ਗਈ, ਅਦ੍ਰਿਸ਼ਟ ਪਰਮਾਤਮਾ ਜਿਹੜਾ ਤੈਨੂੰ ਦਿਸਣ ਲੱਗ ਪਏਗਾ। ਅਦ੍ਰਿਸ਼ਟ ਨੂੰ ਤੂੰ ਸਾਰੀਆਂ ਥਾਵਾਂ ਤੇ ਹੀ ਵੇਖ ਸਕੇਗਾ, ਕਿਉਂਕਿ ਸੁਰਤ ਰੂਪੀ ਨੇਤਰਾਂ ਦੇ ਨਾਲ ਉਸ ਦੇ ਦੀਦਾਰ ਕੀਤੇ ਜਾ ਸਕਦੇ ਨੇ, ਇਹਨਾਂ ਨੇਤਰਾਂ ਦੇ ਨਾਲ ਨਹੀਂ। ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਕਬੀਰ ਮਾਇਆ ਡੋਲਣੀ। ਕਬੀਰ ਇਹ ਦੁਨੀਆ ਡੋਲਣੀ, ਜਿਹਨੂੰ ਆਪਾਂ ਦੁੱਧ ਵਿੱਚ ਨਹੀਂ ਦੁੱਧ ਲੈਣ ਜਾਂਦੇ, ਉਹਨੂੰ ਵੀ ਡੋਲਣੀ ਕਿਹਾ ਜਾਂਦਾ ਹੈ। ਇੱਥੇ ਡੋਲਣੀ ਚਾਟੀ, ਇਹ ਦੁਨੀਆ, ਇਹ ਮਾਇਆ, ਦਹੀਂ, ਦੁੱਧ ਦੀ ਚਾਟੀ ਹੈ। ਤੇ ਇਸੇ ਦੁਨੀਆ ਦੇ ਵਿੱਚੋਂ ਰੱਬ ਨੂੰ ਪ੍ਰਾਪਤ ਕਰਨਾ ਹੈ। ਇਹ ਸੰਸਾਰ ਨੂੰ ਛੱਡਣ ਦੀ ਲੋੜ ਨਹੀਂ ਹੈ। ਭੰਗਰ ਮਸ਼ੰਗਰ ਗੋਰਖਨਾਥ ਵਾਂਗ ਤੇੜੋ ਕੱਪੜੇ, ਸਰੀਰੋਂ ਕੱਪੜੇ ਲਾਉਣ ਦੀ ਲੋੜ ਨਹੀਂ ਹੈ, ਪੈਰਾਂ ਵਿੱਚੋਂ ਜੋੜਾ ਲਾਉਣ ਦੀ ਲੋੜ ਨਹੀਂ ਹੈ। ਇਸੇ ਸੰਸਾਰ ਦੇ ਵਿੱਚ ਹੀ ਨਿਰੰਕਾਰ ਹੈ, ਪਰਵਤਗਾਰ ਹੈ। ਕਿਆ ਕਬੀਰ ਮਾਇਆ ਡੋਲਣੀ, ਪਵਨ ਝਕੋਲਣ ਹਾਰ। ਪਵਨ ਹਵਾ, ਸਵਾਸ, ਸਾਸ ਸਾਸ ਸਿਮਰੋਂ ਗੋਬਿੰਦ। ਸਾਸ ਜਿਹੜੇ ਨੇ, ਜਿਹੜੇ ਤੇਰੇ ਸਵਾਸ ਨੇ ਨਾ, ਇਹਨਾਂ ਨੂੰ ਤੂੰ ਆਪਣੇ ਸਵਾਸਾਂ ਨੂੰ ਮਧਾਣੀ ਬਣਾ।
ਗੁਰੂ ਦੇ ਉਪਦੇਸ਼, ਗੁਰੂ ਦੇ ਸ਼ਬਦ ਨੂੰ ਨੇਤਰਾ, ਤੇ ਫਿਰ ਇਸ ਸਵਾਸਾਂ ਨਾਲ, ਇਸ ਸਵਾਸਾਂ ਨੂੰ ਮਧਾਣੀ ਬਣਾ ਕੇ ਗੁਰੂ ਸ਼ਬਦ ਨੂੰ ਨੇਤਰਾ, ਗੁਰੂ ਸ਼ਬਦ ਦਾ ਨੇਤਰਾ ਪਾ ਕੇ, ਤੇ ਜਦੋਂ ਤੂੰ ਰਿੜਕੇਂਗਾ ਨਾ ਫਿਰ ਤੈਨੂੰ ਨਾਮ ਰੂਪੀ ਮੱਖਣ ਦੀ ਪ੍ਰਾਪਤੀ ਹੋ ਜਾਏਗੀ। ਨਾਮ ਰੂਪੀ ਮੱਖਣ, ਜਿਨ੍ਹਾਂ ਕੋਲ ਨਾਮ ਦਾ ਧਨ ਹੈ ਉਹਨਾਂ ਨੂੰ ਫਿਰ ਦੁਨਿਆਵੀ ਧਨ ਦੇ ਪਿੱਛੇ ਭੱਜਣ ਦੀ ਲੋੜ ਨਹੀਂ। ਤਾਂ ਹੀ ਤਾਂ ਪੜ੍ਹਦੇ ਆ ਨਾ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਸਤਿਗੁਰੂ ਜੀ ਆਪਣੇ ਸਿੱਖ ਨੂੰ ਦੁਨਿਆਵੀ ਧਨ ਦੇ ਨਾਲ ਨਾਮ ਦਾ ਵੀ ਧਨ ਦਈ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਕਬੀਰ ਮਾਇਆ ਡੋਲਣੀ ਪਵਨ ਚ ਖੋਲਣ ਹਾਰ। ਫਿਰ ਅੱਗੇ, ਕਿਆ ਸੰਤ ਹੋ ਹਾਹੇ ਨੂੰ ਔਂਕੜ ਹੈ ਸੰਤ ਜਨੋ ਮਾਖਣ ਖਾਇਆ। ਕਿਹਨਾਂ ਨੇ ਖਾਧਾ ਮੱਖਣ? ਜਿਨ੍ਹਾਂ ਨੇ ਸਵਾਸਾਂ ਦੀ ਮਧਾਣੀ, ਗੁਰੂ ਦੇ ਉਪਦੇਸ਼ ਦਾ ਨੇਤਰਾ ਤੇ ਨਾਮ ਨੂੰ ਰਿੜਕਿਆ, ਪ੍ਰਮਾਤਮਾ ਦੇ ਸਿਮਰਨ ਕੀਤਾ ਹੈ, ਬੰਦਗੀ ਕੀਤੀ ਹੈ। ਤੇ ਭਾਈ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਨੇ ਨਾਮ ਰੂਪੀ ਮੱਖਣ ਖਾ ਲਿਆ। ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਤੇ ਜਿਹੜਾ ਸੰਸਾਰ ਹੈ ਉਹ ਛਾਛ ਵਿੱਚ ਲੱਸੀ, ਤੇ ਕਈ ਕਹਿੰਦੇ ਫਲਾਣਾ ਮੱਖਣ ਉਹ ਖਾ ਗਿਆ, ਮਲਾਈ ਉਹ ਖਾ ਗਿਆ, ਤੇ ਫਿਰ ਆਪ ਵਿੱਚ ਉਹ ਤੌਖਲਾ ਰਹਿੰਦਾ। ਸਾਡੇ ਪੱਲੇ ਲੱਸੀ ਪਈ, ਮੱਖਣ ਉਹ ਲੈ ਗਿਆ। ਸੱਚ ਜਾਣਿਆ ਜੇ ਕੇਵਲ ਤੇ ਕੇਵਲ ਪਛਤਾਵਾ ਬਣ ਕੇ ਰਹਿ ਜਾਏਗਾ ਜਿਸ ਮਨੁੱਖਾ ਜਨਮ ਨੂੰ ਹਾਰ ਗਏ। ਚਲੇ ਜਵਾਰੀ ਦੋਏ ਹੱਥ ਧਾਰ। ਜੇ ਸੰਸਾਰ ਦੇ ਮੋਹ ਮਾਇਆ ਦੇ ਦਲਦਲ ਦੇ ਵਿੱਚ ਫਸੇ ਰਹੇ ਤੇ ਸਮਝ ਲੈਣਾ ਅਸੀਂ, ਸਾਡੇ ਪੱਲੇ ਅਜੇ ਲੱਸੀ ਪਈ ਆ, ਮੱਖਣ ਨਹੀਂ। ਮੱਖਣ ਉਹਨਾਂ ਨੂੰ ਮਿਲਦਾ ਹੈ ਜਿਹੜੇ ਰਸਨਾ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਦ੍ਰਿੜ ਕਰਦੇ ਨੇ, ਉਸ ਪਰਮਾਤਮਾ ਦੇ ਨਾਮ ਨੂੰ ਮਤਦੇ ਨੇ। ਭਗਤ ਕਬੀਰ ਜੀ ਇਹਨਾਂ ਸ਼ਬਦਾਂ ਦੇ ਰਾਹੀਂ ਸਾਨੂੰ ਸੋਝੀ ਕਰਾ ਰਹੇ ਨੇ। ਮੈਂ ਇਸ ਸ਼ਲੋਕ ਤੋਂ ਆਰੰਭ ਕੀਤਾ ਸੀ, ਕਬੀਰ ਸੰਤਨ ਕੀ ਝੁਗੀਆਂ ਭਲੀ ਪਾਠਕ ਸੱਤੀ ਗਾਓ। ਆਗ ਲਗੋ ਤੇ ਧੌਲ ਹਰ ਜਿਹ ਨਾਹੀ ਹਰ ਕੋ ਨਾਉ। ਭਾਈ ਕਿਉਂ ਨਾ ਹੋਵੇ ਉਸ ਮਹਿਲ ਮਾੜੀਆਂ ਨੂੰ ਅੱਗ ਲੱਗ ਜਾਏ ਜਿਸ ਹਿਰਦੇ ਘਰ ਵਿੱਚ ਉਸ ਪਰਮਾਤਮਾ ਦਾ ਸਿਮਰਨ ਨਹੀਂ। ਗੁਰੂ ਅੱਗੇ ਅਰਦਾਸ ਕਰੀਏ, ਹੇ ਸਤਿਗੁਰੂ ਜੀ, ਭਗਤ ਕਬੀਰ ਜੀ ਤੇ ਜਿਵੇਂ ਤੁਸੀਂ ਰਹਿਮਤ ਕੀਤੀ, ਉਹਨਾਂ ਨੇ ਤੁਹਾਡੇ ਕਨਸੈਪਟ ਨੂੰ ਐਕਸੈਪਟ ਕਰਕੇ ਆਪਣਾ ਮਨੁੱਖਾ ਜਨਮ ਸਵਾਰ ਲਿਆ। ਕਿਤੇ ਸਾਡੇ ਤੇ ਵੀ ਤਰਸ ਕਰਿਆ ਜੇ, ਇਹ ਦਾਤ ਕਿਤੇ ਸਾਡੀ ਝੋਲੀ ਵਿੱਚ ਵੀ ਪਾ ਦਿਆ ਜੇ। ਕਬੀਰ ਜੀ ਦੇ ਜਿਵੇਂ ਆਪ ਨੇ ਰਹਿਮਤਾਂ ਕੀਤੀਆਂ, ਸਾਡੇ ਤੇ ਵੀ ਤਰਸ ਕਰੋ। ਅਸੀਂ ਜੋ ਅਮੀਰ ਸਰੀਰ ਤੇ ਜੋ ਆਪਣਾ ਆਪ ਵੇਚ ਰਹੇ ਹਾਂ, ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ, ਸਾਡੀ ਥਿੰਕਿੰਗ, ਸਾਡੀ ਸੋਚ, ਮਨ ਨੀਵਾਂ ਤੇ ਮਤ ਉੱਚੀ ਹੋ ਜਾਵੇ। ਮੇਰੀਆਂ ਭੁੱਲਾਂ ਨਾ ਚਿਤਾਰਦਿਆਂ ਅਸੀਸ ਦਿਆ ਜੇ। ਜਿਹੜੇ ਸ਼ਬਦ ਕਹੇ ਨੇ ਇਹਨਾਂ ਤੇ ਪਹਿਰਾ ਮੈਂ ਵੀ ਦੇ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।